लॉकडाउन हो गया, लोगों को कई बार काम भी बंद हो चुके हैं है ना, उन्नी इनकम सोर्स नहीं हैगा कि हुण किसानी अंदोलन नूं चलाया जाए। तो किवें चल रहा हुण, किस तरह फंडिंग मतलब कि सेवा जिहड़ी इकत्तर करके इनू इत्थे लियाई जाती हैगी पिंडां पिंडां च? ਉਹਨੂੰ ਸਮਝ ਆ ਗਈ ਜਿਹੜਾ ਸਾਡਾ ਖੇਤੀ ਤੇ ਹਮਲਾ ਹੈ ਤਾਂ ਇਸ ਕਰਕੇ ਖੇਤੀ ਨਾਲ ਖੇਤੀ ਦੀ ਲੋੜ ਖੇਤੀ ਤੇ ਜੀਵਨ ਨਿਰਵਾਹ ਜਿਹੜਾ ਕਿਸਾਨੀ ਦਾ ਜੁੜਿਆ ਵਾ ਜਾਣੀ ਇਹਨੂੰ ਉਹ ਕਿਸੇ ਕੀਮਤ ਤੇ ਗਵਾਉਣਾ ਨਹੀਂ ਚਾਹੁੰਦਾ ਤਾਂ ਜਿਸ ਕਰਕੇ ਇੱਕ ਤਾਂ ਕਿਸਾਨ ਆਪਣੇ ਆਪ ਜਥੇਬੰਦ ਹੋਏ ਨੇ। ਕੀ ਲੱਗਦਾ ਤੁਹਾਨੂੰ 6 ਮਹੀਨੇ ਬੀਤ ਚੁੱਕੇ ਨੇ, ਵੱਧ ਸਮਾਂ ਹੋ ਰਿਹਾ ਤਾਂ ਅੱਗੇ ਵੀ ਲੰਮਾ ਚੱਲੇਗਾ ਜਾਂ ਕੋਈ ਹੱਲ ਵੀ ਹੋਏਗਾ ਜਲਦੀ? ਖਾਸ ਤੌਰ ਤੇ ਸਾਡੇ ਮੁਲਕ ਦੀ ਹਾਲਤ ਇਹ ਹੈ ਜਿੱਥੇ 2.5 ਕਿੱਲੇ ਤੋਂ ਲੈ ਕੇ 5 ਏਕੜ ਦੇ ਮਾਲਕ 87% ਕਿਸਾਨ ਨੇ, ਬਹੁਤ ਵੱਡਾ ਹਿੱਸਾ। ਸੰਯੁਕਤ ਕਿਸਾਨ ਮੋਰਚੇ ਦੀ ਵੀ ਜ਼ਿੰਮੇਵਾਰੀ ਹੈਗੀ ਆ ਕਿ ਉਹ ਜੋ ਫੰਡਿੰਗ ਜਾਂ ਆਪਾਂ ਕਹਿੰਦੇ ਜੋ ਸੇਵਾ ਇਕੱਠੀ ਕਰਕੇ ਲੈ ਕੇ ਆਉਂਦੇ ਉਹ ਕਿਸ ਤਰ੍ਹਾਂ ਖਰਚ ਕੀਤੀ ਜਾਂਦੀ ਹੈ। ਜੇ ਅਸੀਂ ਲੰਗਰਾਂ ਦੇ ਵਿੱਚ ਜਾਂਦੇ ਹਾਂ ਤਾਂ ਲੋਕ ਕਹਿੰਦੇ ਸੀ ਆਪ ਮੁਹਾਰੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਆਏ ਹਾਂ ਤਾਂ ਆਪ ਉਹ ਲੰਗਰ ਚਲਾ ਰਹੇ ਨੇ, ਆਪ ਉਹ ਸੇਵਾ ਕਰ ਰਹੇ ਨੇ, ਤਾਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਜਿਹੜਾ ਪੈਸਾ ਉਹ ਖਰਚ ਕੀਤਾ ਜਾਂਦਾ? ਇਹਨੂੰ ਵੀ ਕੋਈ ਜ਼ਰੂਰਤ ਹੈ, ਜਿਵੇਂ ਸਾਡੇ 2-3 ਟੈਂਟ ਇੱਥੇ ਫੁੱਕ ਗਏ ਯਾਨੀ ਦੁਬਾਰਾ ਬਣਾਏ ਇਹਨਾਂ ਨੇ, ਹੋਰ ਵੀ ਕੋਈ ਨੁਕਸਾਨ ਹੋ ਜੇ ਤਾਂ ਉਹ ਸਾਰਾ ਕੁਝ ਜਾਂ ਹੋਰ ਇਹ ਖਰਚੇ ਸਾਰਾ ਕੁਝ ਇਹ ਪੇ ਕਰਦੇ ਨੇ। ਤੁਸੀਂ USA ਦੀ ਲਾਈਫ ਛੱਡ ਕੇ ਪੰਜਾਬ ਦੇ ਵਿੱਚ ਆ ਕੇ ਕਿਉਂ ਆਉਣਾ ਪਸੰਦ ਕਰਦੇ? ਕਿਉਂਕਿ ਤੁਸੀਂ ਦੇਖ ਸਕਦੇ ਹੋ ਹਰ ਇੱਕ ਕੋਈ ਇਹ ਕਹਿੰਦਾ ਕਿ ਸਾਨੂੰ ਅੱਛੀ ਲਾਈਫ ਸਟਾਈਲ ਤੇ ਅੱਛਾ ਦੇਸ਼ ਮਿਲੇ ਹੈ ਨਾ ਜੀ। ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਚੀਜ਼ ਦਾ ਨਿੱਜੀਕਰਨ ਹੋ ਰਿਹਾ, ਹਰ ਲੋਕ ਭੁੱਖਮਰੀ ਨਾਲ ਮਰ ਰਹੇ ਨੇ, ਇੱਥੋਂ ਤੱਕ ਕਿ ਪੂਰੀ ਇਕਨੋਮੀ ਜਿਹੜੀ ਦੇਸ਼ ਦੀ ਆ ਉਹ ਵੀ ਬਹੁਤ ਜ਼ਿਆਦਾ ਡਿੱਗਦੀ ਜਾ ਰਹੀ। ਤਾਂ ਕਿਵੇਂ ਤੁਸੀਂ ਸੋਚਦੇ ਪਏ ਹੋ ਕਿ ਮੈਂ ਇੱਥੇ, ਤੁਸੀਂ ਕਿਹਾ ਕਿ ਮੈਂ 2019 ਤੋਂ ਆ ਕੇ ਇੱਥੇ ਸੈਟਲ ਹੋ ਗਿਆ ਤਾਂ ਇਹ ਜਾਣ ਦਾ ਪ੍ਰੋਗਰਾਮ ਜਿਹੜਾ ਨਹੀਂ ਬਣਾਇਆ, ਤਾਂ ਕਿਵੇਂ ਦੇਖਦੇ ਹੋ ਤੁਸੀਂ ਇੱਥੇ ਇਸ ਚੀਜ਼ ਨੂੰ? ਸਾਡੇ ਤੇ ਅਨਪੜ੍ਹਤਾ, ਸਾਡੇ ਕੋਲ ਵਹਿਮ, ਸਾਡੇ ਕੋਲ ਭਰਮ, ਤੇਰੀ ਗਰੀਬੀ ਦਾ ਕਾਰਨ ਤੇਰਾ ਰੱਬ ਹੈ, ਤੇਰੀ ਕਿਸਮਤ ਹੈ, ਫਲਾਣਾ ਜਾਂ ਹਿੰਦੂ ਜਾਂ ਮੁਸਲਮਾਨ ਸਾਡੀ ਲੁੱਟਦਾ ਜਾਂ ਫਲਾਣਾ ਤਬਕਾ ਲੁੱਟਦਾ। ਆਪਣੇ ਤਾਂ ਜਿਹੜੀ ਇਹ ਲੋਕਾਂ ਦੀ ਅਗਿਆਨਤਾ ਕਰਕੇ ਇੱਕ ਜੁਟਤਾ ਨਹੀਂ, ਇੱਕ ਯੂਨਿਟੀ ਨਹੀਂ। पंजाब न्यूज़ देख रहे सारे ही देश ਦੇ ਦਰਸ਼ਕਾਂ ਦਾ ਮੈਂ ਹਰਜੀਤ ਕੌਰ ਸਵਾਗਤ ਕਰਦਾ। ਦਰਸ਼ਕੋ ਤੁਹਾਨੂੰ ਪਤਾ ਕਿ ਜਦੋਂ ਤੋਂ ਕਿਸਾਨੀ ਅੰਦੋਲਨ ਸਾਡੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵੀ ਇਹਨੂੰ ਬੜੀ ਸੰਜੀਦਤਾ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਕਿਸਾਨੀ ਅੰਦੋਲਨ ਨੂੰ 6 ਮਹੀਨਿਆਂ ਤੋਂ ਲਗਾਤਾਰ ਚਲਾ ਰਹੇ ਨੇ। ਤਾਂ ਸਾਡੇ ਨਾਲ ਗੁਰਮੀਤ ਸਿੰਘ ਦੁੱਤੂਪੁਰ ਤੋਂ ਜ਼ਿਲ੍ਹਾ ਪਟਿਆਲਾ ਤੋਂ ਖਜ਼ਾਨਚੀ ਜਿਹੜੇ ਕਿ ਕ੍ਰਾਂਤੀਕਾਰੀ ਯੂਨੀਅਨ ਦੇ ਹੈਗੇ ਨੇ ਮੌਜੂਦ ਆ। ਗੱਲ ਕਰਾਂਗੇ ਕਿ ਲੰਮਾ ਸਮਾਂ ਹੋ ਚੁੱਕਾ ਹੈ, ਹੁਣ ਕਿਸ ਤਰ੍ਹਾਂ ਕਿਸਾਨੀ ਅੰਦੋਲਨ ਦੀ ਰਣਨੀਤੀ ਤਿਆਰ ਕੀਤੀ ਜਾਂਦੀ, ਕਿਸ ਤਰ੍ਹਾਂ ਇਹਨੂੰ ਚਲਾਇਆ ਜਾਂਦਾ, ਇਸ ਬਾਰੇ ਸਾਰੀ ਵਿਚਾਰ ਚਰਚਾ ਕਰਾਂਗੇ। ਚਰਚਾ ਕਰਨ ਤੋਂ ਪਹਿਲਾਂ ਸਵਾਗਤ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਗੁਰਮੀਤ ਸਿੰਘ ਜੀ, ਪਹਿਲਾਂ ਤਾਂ ਅਸੀਂ ਤੁਹਾਡੇ ਬਾਰੇ ਜਾਣਨਾ ਚਾਹੁੰਦੇ, ਕਦੋਂ ਤੋਂ ਤੁਸੀਂ ਸੰਘਰਸ਼ਾਂ ਦੇ ਵਿੱਚ ਜਿਹੜਾ ਚੱਲ ਰਹੇ ਹੋ? ਅਸੀਂ ਸੁਣਿਆ ਤੁਸੀਂ USA ਦੇ ਵੀ ਸਿਟੀਜ਼ਨ ਹੈਗੇ ਆ, ਤਾਂ ਇਹ ਕਿਵੇਂ ਤੁਹਾਡਾ ਮਨ ਹੋਇਆ ਕਿ ਮੈਂ ਇੱਥੇ ਮੈਨੂੰ ਆ ਕੇ ਹੁਣ ਪੱਕਾ ਰਹਿਣਾ ਚਾਹੀਦਾ? ਅਸਲ 'ਚ ਨਾ ਮੈਂ ਜਾਣੀ ਸ਼ੁਰੂ ਤੋਂ ਕਹਿ ਲਓ ਆਪਣੀ ਕੁਛ ਕਾਲਜ ਲਾਈਫ ਤੋਂ ਕੁਛ ਜਿਹੜੀਆਂ ਸਮਾਜ ਨੂੰ ਕੁਛ ਚੰਗੇ ਪਾਸੇ ਸੋਚ ਜਾਂ ਬਦਲਣ ਵਾਲੀਆਂ ਵੱਖ-ਵੱਖ ਅਦਾਰੇ ਜਥੇਬੰਦੀਆਂ ਨਾਲ ਮੇਰੀ ਇੱਕ ਸਮਝ ਬਣੀ ਰਹੀ। 1985 ਦੇ ਨੇੜੇ ਤੇੜੇ ਮੈਂ ਭਾਰਤੀ ਕਿਸਾਨ ਯੂਨੀਅਨ ਨਾਲ ਜੁੜਿਆ ਜੀ। ਤਾਂ ਉਹਦੇ 'ਚ ਮੈਂ ਤਕਰੀਬਨ 2003 'ਚ ਮੈਂ ਲੰਬਾ ਸਮਾਂ ਕੰਮ ਕੀਤਾ। 2003 'ਚ ਮੈਂ ਅਮਰੀਕਾ ਚਲਾ ਗਿਆ ਜੀ। ਤਾਂ 2019 'ਚ ਮੈਂ ਅਮਰੀਕਾ ਤੋਂ ਵਾਪਸ ਆ ਕੇ ਤਾਂ ਲਗਾਤਾਰ ਫਿਰ ਆਪਣਾ ਜਿਹੜਾ ਭਾਰਤੀ ਕਿਸਾਨ ਏਕਤਾ 'ਚ ਕੰਮ ਕਰਨਾ ਸ਼ੁਰੂ ਕੀਤਾ ਜੀ। ਜੀ ਗੁਰਮੀਤ ਸਿੰਘ ਜੀ, ਤੁਸੀਂ ਖਜ਼ਾਨਚੀ ਹੈਗੇ ਹੋ, ਅੱਜ ਵੀ 6 ਮਹੀਨੇ ਹੋ ਚੁੱਕੇ ਆ ਕਿਸਾਨੀ ਅੰਦੋਲਨ ਨੂੰ, ਤਾਂ ਹੁਣ ਕਿਵੇਂ ਚਲਾਇਆ ਜਾ ਰਿਹਾ? ਜਿਵੇਂ ਲਾਕਡਾਊਨ ਹੋ ਗਿਆ, ਲੋਕਾਂ ਕੋਲ ਕਈ ਵਾਰ ਕੰਮ ਵੀ ਬੰਦ ਹੋ ਚੁੱਕੇ ਨੇ ਹੈ ਨਾ, ਉਨੀ ਇਨਕਮ ਸੋਰਸ ਨਹੀਂ ਹੈਗਾ ਕਿ ਹੁਣ ਕਿਸਾਨੀ ਅੰਦੋਲਨ ਨੂੰ ਚਲਾਇਆ ਜਾਵੇ। ਤਾਂ ਕਿਵੇਂ ਚੱਲ ਰਿਹਾ ਹੁਣ, ਕਿਸ ਤਰ੍ਹਾਂ ਫੰਡਿੰਗ ਮਤਲਬ ਕਿ ਸੇਵਾ ਜਿਹੜੀ ਇਕੱਤਰ ਕਰਕੇ ਇਹਨੂੰ ਇੱਥੇ ਲਿਆਈ ਜਾਂਦੀ ਹੈਗੀ ਪਿੰਡਾਂ ਪਿੰਡਾਂ 'ਚ? ਅਸਲ 'ਚ ਅੱਡ ਜਥੇਬੰਦੀਆਂ ਦਾ, ਜਿਵੇਂ ਅਗਰਾਹਾਂ ਵਾਲਾ ਜਿਹੜੀ ਜਥੇਬੰਦੀ ਹੈ ਉਹ ਤਾਂ ਆਪਣੇ ਆਪ ਹੀ ਬੋਲਦੇ ਨੇ, ਦੱਸਦੇ ਨੇ ਮੈਂ ਅਸੀਂ ਪਿਛਲੇ 5-6 ਮਹੀਨਿਆਂ 'ਚ 5 ਕਰੋੜ ਉਹਨਾਂ ਨੇ ਕਹਿੰਦੇ ਖਰਚ ਕਰ ਲਿਆ। ਹੁਣ ਵੀ ਉਹਨਾਂ ਕੋਲ ਬੜੀ ਫੰਡਿੰਗ ਆ ਪਿੰਡਾਂ 'ਚੋਂ, ਪਿੰਡਾਂ 'ਚੋਂ ਲੱਖਾਂ ਦੀ ਗਰਾਈ ਬੰਨੀ ਹੁੰਦੀ ਹੈ ਫਿਰ ਨਾ। ਅਸਲ 'ਚ ਉਹ ਜਿਹੜੀਆਂ ਪਿੰਡ ਦੀਆਂ ਇਕਾਈਆਂ ਜਾਂ ਪਿੰਡ ਦੇ ਲੋਕ ਆਪਣੇ ਆਪ ਪਿੰਡਾਂ 'ਚੋਂ ਉਗਰਾਹੀ ਕਰਦੇ ਨੇ ਤਾਂ ਉਹਦੇ ਮੁਤਾਬਕ ਫਿਰ ਉਹਦੀ ਫੰਡਿੰਗ ਹੁੰਦੀ ਹੈ। ਅੱਛਾ, ਇਵੇਂ ਕੁਝ ਜਿਵੇਂ ਸਾਡੀ ਜਥੇਬੰਦੀ ਯਾਨੀ ਕੁਛ ਨਵੀਂ ਆ ਜਾਂ ਸਾਡਾ ਜਿਹੜਾ ਹੇਠਲਾ ਜਿਹੜਾ
ਕੋਈ ਢਾਂਚਾ ਹੈ ਜੀ। ਪਿੰਡ ਇਕਾਈਆਂ ਦਾ, ਕਈ ਵਾਰੀ ਉਹ ਇਸ ਪੱਧਰ ਤੇ ਨਹੀਂ ਪਿੰਡਾਂ 'ਚੋਂ ਫੰਡ ਇਕੱਠਾ ਕਰਦੇ, ਉਹ ਫਿਰ ਆਪਣੇ ਤੌਰ ਤੇ ਜਾਣੀ ਸਾਡੇ ਲੋੜ ਜੋਗਾ ਗੁਜ਼ਾਰੇ ਜੋਗਾ ਹੀ ਉਹ ਫੰਡ ਕਰਦੇ ਨੇ। ਪਰ ਹੁਣ ਦੇ ਜਿਹੜੇ ਇਸ ਸਮੇਂ 'ਚ ਜਦੋਂ ਦਾ ਮੋਰਚਾ ਚੱਲਿਆ ਤਾਂ ਪਿੰਡਾਂ 'ਚ ਸਾਂਝੇ ਤੌਰ ਤੇ ਪਿੰਡਾਂ ਦੇ ਨੌਜਵਾਨ, ਪਿੰਡਾਂ ਦੀਆਂ ਪੰਚਾਇਤ, ਪਿੰਡਾਂ ਦੇ ਯੂਨੀਅਨ ਦੇ ਬੰਦੇ ਸਾਰੇ ਰਲ ਕੇ ਉਹਨਾਂ ਨੇ ਇੱਕ ਮੁੱਦਾ ਬਣਾਇਆ, ਇੱਕ ਲੋੜ ਬਣਾਈ ਹੈ ਵੀ ਆਪਾਂ ਪਿੰਡ 'ਚੋਂ ਉਹ ਪੈਸੇ ਖਰਚ ਕਰੀਏ ਔਰ ਦਿੱਲੀ ਦੇ ਮੋਰਚੇ 'ਚ ਰਾਸ਼ਨ ਸਮੇਤ, ਕਿਉਂਕਿ ਆਪਣੇ ਪਿੰਡਾਂ ਦਾ ਪੰਜਾਬੀਆਂ ਦਾ ਬੜਾ ਖੁੱਲ੍ਹਾ ਦਿਲ ਹੈ, ਉਹ ਇਹੋ ਜਿਹੇ ਕੰਮਾਂ ਲਈ ਰਾਸ਼ਨ ਪਾਣੀ ਸਾਰਾ ਕੁਝ ਕੁੱਲ ਦਿੱਲੀ ਨਾਲ ਦਿੰਦੇ ਨੇ, ਜਿਹਨੂੰ ਉਹ ਸਾਰਾ ਕੁਝ ਇਕੱਠਾ ਕਰਦੇ ਨੇ। ਫਿਰ ਲੋੜ ਮੁਤਾਬਕ ਉਹਨਾਂ ਨੇ ਜਿੱਥੇ ਪਹਿਲਾਂ ਟਰਾਲੀਆਂ ਲੈ ਕੇ ਆਏ ਤਾਂ ਕੁਝ ਸਮੇਂ ਤੋਂ ਬਾਅਦ ਉਹਨਾਂ ਨੇ ਬਾਰੀ ਬੰਨ੍ਹ ਲਈ ਵੀ ਟਰਾਲੀਆਂ ਜਿੱਥੇ ਆਪਣੇ ਘਰ ਬਣਾ ਲਏ ਜਾਂ ਹੋਰ ਰਿਹਾਇਸ਼ੀ ਆਪਣੇ ਕਮਰੇ ਬਣਾ ਲਏ। ਯਾਨੀ ਇਹ ਵੀ ਆਪਣਾ ਪਿੰਡਾਂ ਦੇ ਉਹਨਾਂ ਕਮੇਟੀਆਂ ਨੇ ਜਾਂ ਪਿੰਡਾਂ ਦੀਆਂ ਜਥੇਬੰਦੀਆਂ ਨੇ ਉਹ ਆਪਣੇ ਫੰਡਿੰਗ ਕਰਕੇ ਕੀਤਾ। ਅੱਛਾ, ਹੁਣ ਇਹ ਵੀ ਜਿਵੇਂ ਉਹਨਾਂ ਨੇ ਬਾਰੀ ਬੰਨ੍ਹ ਲਈ, ਇੱਕ ਗੱਡੀ ਆਉਂਦੀ ਹੈ ਜੀ 'ਚ 8-10 ਬੰਦੇ ਆਉਂਦੇ ਨੇ ਉਹਦੀ ਆਪਣੀ ਕਾਰ ਵਗੈਰਾ, ਤਾਂ ਜੀ ਜੋ ਤਕਰੀਬਨ ਇੱਕ ਹਫ਼ਤੇ ਜਾਂ 5 ਦਿਨਾਂ ਲਈ ਬਾਰੀ ਬੰਨੀ ਹੈ, ਉਹ 7-8 ਬੰਦੇ ਆਉਂਦੇ ਨੇ, ਦੂਜੇ ਵਾਪਸ ਚਲੇ ਜਾਂਦੇ ਨੇ। ਇਹ ਲਗਾਤਾਰ ਹੀ ਲੋਕਾਂ ਨੇ ਆਪਣਾ ਇੱਕ ਰੂਟੀਨ ਬਣਾ ਲਿਆ, ਆਪਣੇ ਆਪ ਫੰਡ ਕਰਦੇ ਨੇ, ਆਪਣੇ ਆਪ ਹੀ ਸਾਰੀ ਜ਼ਿੰਮੇਵਾਰੀ ਵਾਰੀਆਂ ਨੋਟ ਦਿੰਦੇ ਪਿੰਡਾਂ 'ਚ। ਕਿਉਂਕਿ ਅਸਲ ਜਿਹੜੇ ਦਾ ਵੱਡਾ ਫੈਕਟਰ ਹੈ ਨਾ, ਇਹ ਪਹਿਲੀ ਵਾਰੀ ਆਪਾਂ ਕਹਿ ਲਓ ਵੀ ਕਿਸਾਨਾਂ ਨੂੰ ਇਹ ਗੱਲ ਜੱਚ ਗਈ, ਜਿਹੜਾ ਮੌਜੂਦਾ ਸਿਸਟਮ ਹੈ, ਪ੍ਰਬੰਧ ਹੈ, ਉਹ ਜਾਣੀ ਕਿਹਦੇ ਪੱਖੀ ਹੈ, ਉਹਨੂੰ ਸਮਝ ਆ ਗਈ ਜਿਹੜਾ ਸਾਡਾ ਖੇਤੀ ਤੇ ਹਮਲਾ ਹੈ। ਤਾਂ ਇਸ ਕਰਕੇ ਖੇਤੀ ਨਾਲ, ਖੇਤੀ ਦੀ ਲੋੜ, ਖੇਤੀ ਤੇ ਜੀਵਨ ਨਿਰਵਾਹ ਜਿਹੜਾ ਕਿਸਾਨੀ ਦਾ ਜੁੜਿਆ ਵਾ, ਜਾਣੀ ਇਹਨੂੰ ਉਹ ਕਿਸੇ ਕੀਮਤ ਤੇ ਗਵਾਉਣਾ ਨਹੀਂ ਚਾਹੁੰਦਾ। ਤਾਂ ਜਿਸ ਕਰਕੇ ਇੱਕ ਤਾਂ ਕਿਸਾਨ ਆਪਣੇ ਆਪ ਜਥੇਬੰਦ ਹੋਏ ਨੇ। ਜੇ ਮੈਂ ਦੂਜੇ ਸ਼ਬਦਾਂ 'ਚ ਕਹਾਂ, ਕਿਸਾਨਾਂ ਦੀ ਲਹਿਰ ਉਹਨਾਂ ਦੀ ਇਸ ਲੋੜ 'ਚੋਂ, ਇਸ ਮੁੱਦੇ 'ਚੋਂ ਆਪਣੇ ਆਪ ਹੀ ਉਹਨੇ ਆਪਣਾ ਵਿਕਾਸ ਕੀਤਾ। ਬਾਕੀ ਜਥੇਬੰਦੀਆਂ ਨੇ ਤਾਂ ਉਹਨੂੰ ਅੱਗੇ ਇੱਕ ਤਰ੍ਹਾਂ ਨਾਲ ਅਗਵਾਈ ਕੀਤੀ ਅੱਗੇ ਲੱਗ ਕੇ, ਜਾਣੀ ਬਿਨਾਂ ਕਿਸੇ ਮਿਹਨਤ ਤੋਂ ਇਹਨਾਂ ਹਾਲਤਾਂ 'ਚੋਂ, ਕਿਸਾਨਾਂ ਦੇ ਇਸ ਵਿਰੋਧ 'ਚੋਂ, ਕਿਸਾਨਾਂ ਦੀ ਇਹ ਸਮਝ 'ਚੋਂ ਪਹਿਲੀ ਵਾਰੀ ਕਿਸਾਨਾਂ ਨੂੰ ਸਮਝ ਆਇਆ ਜਿਹੜਾ ਪ੍ਰਬੰਧ ਆ, ਸਰਕਾਰ ਆ, ਉਹ ਕੀ ਹੈ, ਉਹਦਾ ਸਾਡੇ ਨਾਲ ਕੀ ਰਿਸ਼ਤਾ ਹੈ, ਸਾਡੀ ਜ਼ਮੀਨ ਨਾਲ ਕੀ ਰਿਸ਼ਤਾ ਹੈ, ਸਾਡੀ ਹੋਂਦ ਨਾਲ ਕੀ ਰਿਸ਼ਤਾ ਹੈ। ਜਾਣੀ ਸਾਰੇ ਸਵਾਲ ਕਿਸਾਨੀ ਦੀ ਚੇਤਨ 'ਚ ਆ ਕੇ ਉਹਦੀ ਵਿਚਾਰਧਾਰਾ ਬਣ ਗਈ, ਜਿਸ ਕਰਕੇ ਉਹ ਇਹਨੂੰ ਆਪਣਾ ਹਿੱਸਾ ਬਣਾ ਲਿਆ ਜ਼ਿੰਦਗੀ ਦਾ। ਹਰ ਇੱਕ ਨੇ ਆਪਣਾ ਇੱਕ ਫਰਜ਼ ਬੰਨ ਲਿਆ, ਇਹਦੇ ਲਈ ਸਾਨੂੰ ਜਾਣਾ ਹੀ ਪਊਗਾ, ਲੜਨਾ ਹੀ ਪਊਗਾ। ਜਾਣੀ ਸਿਸਟਮ ਨਾਲ ਆਪਾਂ ਕਹਿ ਲਈਏ ਪਹਿਲੀ ਵਾਰੀ ਜਿਹੜਾ ਕਿ ਸਮਾਜ ਦਾ ਜਿਹੜਾ ਜਮਾਤੀ ਚੇਤਨਤਾ, ਜਿਹੜਾ ਰੂਲਿੰਗ ਕਲਾਸ ਦਾ ਕਰੈਕਟਰ ਕੀ ਹੈ, ਕਿਸਾਨੀ ਨੂੰ ਲੁੱਟਣਾ, ਮਿਹਨਤ ਕਰ ਤਬਕੇ ਨੂੰ ਲੁੱਟਣਾ, ਪਹਿਲੀ ਵਾਰੀ ਇਹ ਇੱਕ ਤਰ੍ਹਾਂ ਨਾਲ ਸਮਝ ਆਈ ਹੈ ਕਿਸਾਨਾਂ ਦੇ, ਜਿਸ ਕਰਕੇ ਇਹ ਲਹਿਰ ਹਰ ਇੱਕ ਦੀ ਲੋੜ ਬਣ ਗਈ। ਇਹਨੂੰ ਆਪਣੀ ਇੱਕ ਲਹਿਰ ਮੰਨਦੇ ਨੇ ਜੀ। ਕੀ ਲੱਗਦਾ ਤੁਹਾਨੂੰ 6 ਮਹੀਨੇ ਬੀਤ ਚੁੱਕੇ ਨੇ, ਵੱਧ ਸਮਾਂ ਹੋ ਰਿਹਾ, ਤਾਂ ਅੱਗੇ ਵੀ ਲੰਮਾ ਚੱਲੇਗਾ ਜਾਂ ਕੋਈ ਹੱਲ ਵੀ ਹੋਏਗਾ ਜਲਦੀ? ਕਿਉਂਕਿ ਜਿੱਥੋਂ ਤੱਕ ਇਹ ਸਿਸਟਮ ਦਾ ਸਵਾਲ ਹੈ, ਦੁਨੀਆ ਪੱਧਰ ਤੇ ਅੱਜ ਕਾਰਪੋਰੇਟ ਸੈਕਟਰ ਨਹੀਂ, ਜਿਹੜੀ ਦੁਨੀਆ ਦੀ ਇਕਨੋਮੀ, ਖਾਸ ਤੌਰ 'ਤੇ ਜਿਹੜਾ ਫਾਈਨਾਂਸ ਕੈਪੀਟਲ ਹੈ ਜੀ, ਤਾਂ ਉਹ ਇੰਨਾ ਵਾਫਰ ਹੈ। ਅੱਛਾ, ਉਹਦੇ ਲਈ ਜਿਹੜੀ ਜਿੰਨੀ ਪ੍ਰੋਡਕਸ਼ਨ ਹੈ ਵਾਫਰ ਹੈ, ਉਹਦੇ ਲਈ ਖਰੀਦ ਸ਼ਕਤੀ ਲੋਕਾਂ ਕੋਲ ਗਰੀਬੀ ਕਰਕੇ ਹੈ ਨਹੀਂ। ਉਹਦਾ ਆਪਣੇ ਕ੍ਰਾਈਸਿਸ ਆ ਇਹ ਸਿਸਟਮ ਦਾ, ਉਹ ਉਲਟਾ ਇਸ ਕ੍ਰਾਈਸਿਸ 'ਚ ਵਾਧਾ ਕਰਦੇ ਨੇ। ਫਾਈਨਾਂਸ ਕੈਪੀਟਲ ਨੂੰ ਸ਼ੇਅਰ ਮਾਰਕੀਟ 'ਚ ਅਦਲ ਬਦਲ ਕਰਕੇ ਉਹ ਆਪਣੇ ਮੁਨਾਫੇ ਗੇਨ ਕਰਦੇ ਨੇ, ਜਾਂ ਸਰਕਾਰਾਂ ਵੱਲੋਂ ਵੀ ਜਿਹੜਾ ਉਹਨਾਂ ਨੂੰ ਇੱਕ ਅਲਟਰਨੇਟਿਵ ਦਿੰਦਾ ਹੈ ਵੀ ਆਪਣਾ ਕਾਰੋਬਾਰ ਚਲਾਉਣ ਲਈ, ਜਿਵੇਂ ਆਪਣੀ ਸਰਕਾਰ ਨੇ ਪਿਛਲੇ ਸਮਿਆਂ 'ਚ ਵੀ ਇੰਨੇ ਲੱਖ ਰੁਪਈਆ ਦਿੱਤਾ, ਤੁਸੀਂ ਕਾਰੋਬਾਰ ਚਲਾਓ। ਪਰ ਉਹਨਾਂ ਨੇ ਦੇਖਿਆ ਵੀ ਅਸੀਂ ਕਾਰੋਬਾਰ ਫੈਕਟਰੀ ਚਲਾਉਣੇ ਆ ਤਾਂ ਮਜ਼ਦੂਰ ਕੋਲ ਖਰੀਦ ਸ਼ਕਤੀ ਨਹੀਂ, ਇਸ ਕਰਕੇ ਉਹ ਰੁਪਈਆ ਵੀ ਉਹ ਫਾਈਨਾਂਸ ਕੈਪੀਟਲ ਉਹਨਾਂ ਨੇ ਇੱਕ ਤਰ੍ਹਾਂ ਨਾਲ ਸਟਾਕ ਮਾਰਕੀਟ 'ਚ ਹੀ ਲਾਇਆ। ਤਾਂ ਜਿਸ ਕਰਕੇ ਜਿਹੜਾ ਇਕਨੋਮੀ ਦੀ ਗਰੋਥ ਹੈ ਬਿਲਕੁਲ ਨਹੀਂ। ਤਾਂ ਸਾਰੇ ਕਾਸਿਆਂ 'ਚੋਂ ਕੁੱਲ ਮਿਲਾ ਕੇ ਜਿਹੜਾ ਖੇਤੀ, ਜਿਹੜਾ ਫੂਡ ਸੈਕਟਰ ਹੈ, ਦੁਨੀਆ ਦਾ ਬਹੁਤ ਵੱਡਾ ਮੁਨਾਫੇ ਵਾਲਾ ਸੈਕਟਰ ਹੈ। ਤਾਂ ਜਿੱਥੇ ਇਹਨਾਂ ਨੇ ਪਹਿਲਾਂ ਹੀ ਇਹਨਾਂ ਨੂੰ ਪ੍ਰੋਕਿਉਰਮੈਂਟ ਕਰਕੇ ਖਾਣ ਵਾਲੀਆਂ ਚੀਜ਼ਾਂ ਮਾਰਕੀਟ 'ਚ ਆਪਣਾ ਚਿਪਸ ਵਗੈਰਾ ਹੋਰ ਕੁਛ ਉਹ ਬਹੁਤ ਮਹਿੰਗੀਆਂ ਇਹਨਾਂ ਨੇ ਵੇਚਦੇ ਨੇ, ਮੁਨਾਫਾ ਕਮਾਉਂਦੇ ਨੇ। ਹੁਣ ਅਸਲ ਜਿਹੜਾ ਖੇਤੀ ਦੀ ਜਿਹੜੀ ਪ੍ਰੋਡਕਸ਼ਨ ਹੈ, ਜ਼ਮੀਨ 'ਤੇ ਹਮਲਾ ਹੈ ਵੀ, ਕਿਉਂਕਿ ਜ਼ਮੀਨ ਨੂੰ ਅਸੀਂ ਠੇਕੇ 'ਤੇ ਲੈ ਕੇ ਇਹਨੂੰ ਮਾਡਰਨ ਤਰੀਕੇ ਨਾਲ ਹੋਰ ਡਿਵੈਲਪ ਕਰਕੇ, ਜਾਣੀ ਘੱਟ ਵੀ 'ਤੇ ਲੇਬਰ ਲਾ ਕੇ, ਮਸ਼ੀਨ ਦੀ ਵਰਤੋਂ ਕਰਕੇ, ਮਸ਼ੀਨਰੀ ਦੀ ਅਸੀਂ ਵੱਧ ਮੁਨਾਫਾ ਇਹ 'ਚੋਂ ਖੱਟਾਂਗੇ। ਕਿਉਂਕਿ ਪਹਿਲਾਂ ਜਿਵੇਂ ਮੈਂ ਨਾਲ ਹੀ ਗੱਲ ਜੋੜਦਾ, ਜਿਹੜਾ ਹਰੇ ਇਨਕਲਾਬ ਦਾ ਜਿਹੜਾ ਇੱਕ ਕਨਸੈਪਟ ਆਇਆ ਸਾਡੇ ਮੁਲਕ 'ਚ 60ਵਿਆਂ ਤੋਂ ਬਾਅਦ, ਚਾਹੇ ਮੁਲਕ ਨੂੰ ਅਨਾਜ ਦੀ ਲੋੜ ਸੀ, ਪਰ ਬਾਹਰਲੇ ਦੇਸ਼ਾਂ ਨੇ, ਕੰਪਨੀਆਂ ਨੇ ਆਪਣੀ ਇੱਕ ਮਾਰਕੀਟ ਕ੍ਰੀਏਟ ਕੀਤੀ ਜਿਹਦੇ ਲਈ ਖੇਤੀ ਦਾ
ਇਨਪੁੱਟ ਵਗੈਰਾ ਜਿਹਨੂੰ ਆਪਾਂ ਖੇਤੀ ਲਈ ਲੋੜੀ ਦੇ ਸੰਦ, ਟਰੈਕਟਰ, ਖਾਦਾਂ, ਸਪਰੇਅ ਵਗੈਰਾ, ਇਹ ਸਾਰੇ ਉਹਨਾਂ ਦੀ ਮਾਰਕੀਟ ਕ੍ਰੀਏਟ ਕੀਤੀ। ਉਹਦੇ ਲਈ ਉਹਨਾਂ ਨੇ ਵਰਲਡ ਬੈਂਕ ਨੇ ਕਰਜ਼ਾ ਦਿੱਤਾ, ਕਿਉਂਕਿ ਆਪਣੇ ਹਿੰਦੁਸਤਾਨ ਦੇ ਕਿਸਾਨ ਅੰਗਰੇਜ਼ਾਂ ਵੇਲੇ ਤੋਂ ਲੈ ਕੇ, ਜਿਵੇਂ ਉਦੋਂ ਨਾਅਰਾ ਸੀਗਾ ਜਿਹੜਾ ਪੰਜਾਬ ਹੈ, ਖਾਸ ਤੌਰ 'ਤੇ ਪੰਜਾਬ ਦਾ ਕਰਜ਼ੇ 'ਚ ਜੰਮਦਾ ਕਰਜ਼ੇ, ਜਿਉਂਦਾ ਕਰਜ਼ੇ 'ਚ ਹੀ ਮਰਦਾ। ਆਪਣੇ ਕਿਸਾਨਾਂ ਕੋਲ ਜਿਹੜਾ ਪੱਛਮੀ ਮੁਲਕਾਂ ਦੀ ਤਰ੍ਹਾਂ ਕੋਈ ਆਪਣਾ ਫਾਈਨਾਂਸ ਨਹੀਂ ਸੀ, ਆਪਣਾ ਪੈਸਾ ਨਹੀਂ ਸੀ, ਤਾਂ ਵਰਲਡ ਬੈਂਕ ਨੇ, ਉਹਨਾਂ ਏਜੰਸੀਆਂ ਨੇ ਇਹਨਾਂ ਨੂੰ ਕਰਜ਼ੇ ਦੇ ਰੂਪ 'ਚ ਟਰੈਕਟਰ ਦਿੱਤੇ, ਯਾਨੀ ਕਰਜ਼ੇ ਵਾਲੀ ਖੇਤੀ ਸ਼ੁਰੂ ਕਰਾਈ, ਜਿਵੇਂ ਦੂਜੇ ਅਰਥਾਂ 'ਚ ਕਹਿਦਾ। ਉਹਨਾਂ ਨੇ ਆਪਣੀ ਮਾਰਕੀਟ ਜਿਹੜੀ ਮਸ਼ੀਨਰੀ ਵਗੈਰਾ, ਜਿਹੜਾ ਮਸ਼ੀਨਰੀ ਦੀ ਨਵੀਂ ਤਕਨੀਕ ਦੀ ਖੇਤੀ ਕਰਾਈ, ਉਹਨਾਂ ਨੇ ਆਪਣੀ ਤਕਨੀਕ ਵੇਚੀ, ਦੂਜੇ ਪਾਸੇ ਉਹ ਵੀ ਕਰਜ਼ੇ 'ਤੇ ਵੇਚੀ, ਉਹਦੇ ਵਿਆਜ ਵੀ ਕਮਾਇਆ। ਤਾਂ ਦੂਜਾ ਉਹਨਾਂ ਨੇ ਆਪਣੀ ਮਾਰਕੀਟ ਕੀਤੀ, ਉਹਨਾਂ ਪ੍ਰੋਡਕਸ਼ਨ ਵੱਧ ਗਈ। ਪ੍ਰੋਡਕਸ਼ਨ ਲਈ ਜਾਣੀ ਦੁਨੀਆ ਦੀ ਮਾਰਕੀਟ ਅੱਜ ਇਹਦਾ ਕ੍ਰਾਈਸਿਸ ਹੈ, ਜਿਹੜਾ ਫੂਡ ਨੂੰ ਇਹ 'ਚੋਂ ਮੁਨਾਫਾ ਕਿਵੇਂ ਕਮਾਉਣਾ। ਕੋਈ ਦੁਨੀਆ 'ਚ ਹੁਣ ਅੱਡ ਜਿਹੜੀਆਂ ਸਰਕਾਰ ਦੀਆਂ ਪਿਛਲੀਆਂ WTO ਵਗੈਰਾ ਉਹਨਾਂ ਨੀਤੀਆਂ ਦੇ ਤਹਿਤ ਜਿਹੜਾ ਦੁਨੀਆ ਇੱਕ ਮਾਰਕੀਟ ਹੋ ਗਿਆ, ਜਿਹਦੇ ਕਰਕੇ ਜਿਹੜਾ ਅੱਡ ਮੁਲਕਾਂ ਦੀਆਂ ਰੋਕਾਂ ਸੀਗੀਆਂ, ਟੈਕਸ ਲਾਉਣ ਦੀ ਪਾਲਿਸੀ ਸੀਗੀ, ਟੈਰਿਫ ਵਗੈਰਾ, ਉਹ ਖਤਮ ਹੋਣ ਨਾਲ ਉਹ ਅਸਲ ਵੱਡੇ ਜਿਹੜੇ ਵਿਕਸਿਤ ਮੁਲਕ ਨੇ, ਉਹ ਜਾਂ ਵੱਡੀਆਂ ਕੰਪਨੀਆਂ ਦੀ ਆਪਸੀ ਕੋਆਪਰੇਸ਼ਨ ਹੈ, ਸਾਂਝ ਹੈ, ਤਾਂ ਜਿਹਦੇ ਕਰਕੇ ਵੱਡੀਆਂ ਕੰਪਨੀਆਂ ਖੇਤੀ ਦੀ ਜ਼ਮੀਨ 'ਚ ਐਂਟਰ ਕਰਨਾ ਚਾਹੁੰਦੀਆਂ ਨੇ, ਜਿਹਦੇ ਕਰਕੇ ਜਿਹੜੇ 3 ਕਾਲੇ ਕਾਨੂੰਨ ਆਪਾਂ ਕਹੀਏ, ਅਸਲ 'ਚ ਕਾਰਪੋਰੇਟ ਸੈਕਟਰ ਨੂੰ ਪ੍ਰਾਈਵੇਟ ਕਰਨ ਨੂੰ, ਨਿੱਜੀ ਕਰਨ ਦਾ ਦੌਰ ਮੈਂ ਕਹੂੰਗਾ। ਹੁਣ ਜਿਹੜਾ ਇੱਕ ਦੁਨੀਆ ਪੱਧਰ 'ਤੇ ਸਰਕਾਰ ਕੰਟਰੋਲ ਕਰਦੀ ਸੀਗੀ, ਜਾਣੀ ਕਿਸ ਸੈਕਟਰ ਨੂੰ ਅਸੀਂ ਬਚਾਉਣਾ, ਕਿਸ ਸੈਕਟਰ ਨੂੰ ਅਸੀਂ ਦੂਜੇ ਸੈਕਟਰ 'ਤੇ ਟੈਕਸ ਲਾ ਕੇ, ਪੂੰਜੀਪਤੀਆਂ 'ਤੇ ਟੈਕਸ ਲਾ ਕੇ ਅਸੀਂ ਜਿਹੜਾ ਲੋਕਾਂ ਨੂੰ ਜਿਹੜਾ ਵੈਲਫੇਅਰ ਸਟੇਟ ਦਾ ਕਨਸੈਪਟ ਦੇਣਾ, ਐਜੂਕੇਸ਼ਨ ਦੇਣਾ, ਸਕੂਲ ਦੇਣਾ, ਹਸਪਤਾਲ ਦੇਣੇ ਨੇ, ਉਹ ਸਾਰੇ ਕਾਤੇ ਕੱਟ ਲਾਤੀ। ਇਸ ਕਰਕੇ ਸਿਰਫ ਹੈ ਉਹਨਾਂ ਕੰਪਨੀਆਂ ਦੇ ਮੁਨਾਫੇ ਖਾਤਰ ਟੈਕਸਸ ਛੋਟਾਂ, ਜਿਹਦੇ ਕਰਕੇ ਲੋਕਾਂ 'ਚ ਗਰੀਬੀ, ਉਹਦੀ ਖਰੀਦ ਸ਼ਕਤੀ, ਜਿਹਦੇ ਕਰਕੇ ਪ੍ਰੋਡਕਸ਼ਨ ਵੀ ਇੱਕ ਤਰ੍ਹਾਂ ਨਾਲ ਖਤਮ ਹੋ ਗਈ। ਜਾਣੀ ਇਸ ਕ੍ਰਾਈਸਿਸ 'ਚ ਹੀ ਮੁਲਕ ਇਹ ਜਿਹੜਾ ਸਿਸਟਮ ਲੰਘ ਰਿਹਾ। ਪਰ ਉਹ ਚਾਹੁੰਦਾ ਵੀ ਮੇਰੇ ਆਪਾਂ ਲੁੱਟ ਦਾ ਖੇਤਰ, ਜਾਣੀ ਜ਼ਮੀਨ 'ਚੋਂ ਮੈਂ ਜਿੱਥੇ ਉਹਦੀ ਪ੍ਰੋਡਕਸ਼ਨ ਤੇ ਉਹ ਅੱਗੇ ਮਾਰਕੀਟ ਸੀਗੀ, ਉਹਦੀਆਂ ਖਾਣ ਦੀਆਂ ਚੀਜ਼ਾਂ ਵੇਚਦਾ ਸੀਗਾ, ਹੁਣ ਉਹ ਚਾਹੁੰਦੇ ਵੀ ਜਿਹੜੀ ਜ਼ਮੀਨ 'ਤੇ ਹੀ ਮੈਂ ਕੰਟਰੋਲ ਕਰਾਂ, ਇਹਦੇ 'ਚ ਵੱਧ ਪ੍ਰੋਡਕਸ਼ਨ ਨਵੀਂ ਟੈਕਨੀਕ ਨਾਲ ਹੋਰ ਕਰਾਂ, ਕਿਸਾਨਾਂ ਨੂੰ ਜ਼ਮੀਨ 'ਚੋਂ ਬਾਹਰ ਕੱਢਣਾ, ਠੇਕੇ 'ਤੇ ਖੇਤੀ ਦੇਣਾ। ਖਾਸ ਤੌਰ 'ਤੇ ਸਾਡੇ ਮੁਲਕ ਦੀ ਹਾਲਤ ਇਹ ਹੈ ਜਿੱਥੇ 2.5 ਕਿੱਲੇ ਤੋਂ ਲੈ ਕੇ 5 ਏਕੜ ਦੇ ਮਾਲਕ 87% ਕਿਸਾਨ ਨੇ, ਬਹੁਤ ਵੱਡਾ ਹਿੱਸਾ। ਤਾਂ ਜਿਨ੍ਹਾਂ ਦਾ ਇਹ ਛੋਟੇ ਰਕਬੇ 'ਚ ਪਹਿਲਾਂ ਵੀ ਗੁਜ਼ਾਰਾ ਨਹੀਂ ਹੁੰਦਾ, ਪਹਿਲਾਂ ਵੀ ਉਹ ਕਰਜ਼ੇ 'ਚ ਨੇ, ਪਹਿਲਾਂ ਹੀ ਉਹ ਆਤਮ ਹੱਤਿਆ ਕਰਦੇ ਨੇ। ਜਾਣੀ ਖੇਤੀ ਦਾ ਜਿਹੜਾ ਖਰਚਾ ਹੈ ਇਨਪੁੱਟ ਵਗੈਰਾ ਦਾ ਬਹੁਤ ਉਸ ਮਾਰਕੀਟ ਦੀ ਉਮਾਰ 'ਚ ਹੈ। ਹੁਣ ਉਹਦੀ ਜਿਹੜੀ ਪ੍ਰੋਡਕਸ਼ਨ ਆਪਾਂ ਨੂੰ ਪਤਾ ਭਾਅ ਦਾ ਬੈਲੈਂਸ, ਜਿਹੜਾ ਸਵਾਮੀਨਾਥਨ ਦੀ ਰਿਪੋਰਟ ਆਮ ਤੌਰ 'ਤੇ ਸਰਕਾਰ ਨੇ ਚਾਹੇ ਕਿਸਾਨੀ ਪ੍ਰੈਸ਼ਰ ਥੱਲੇ ਰਿਪੋਰਟਾਂ ਤਾਂ ਬਣਾਤੀਆਂ, ਪਰ ਉਹ ਲਾਗੂ ਨਹੀਂ ਕਰਦੀਆਂ। ਕੋਈ ਲਾਗੂ ਉਹਨਾਂ ਨੇ ਅਸਲ ਜਿਹੜਾ ਪੋਲੀਟੀਕਲੀ ਪੂੰਜੀਵਾਦੀ ਸਿਸਟਮ ਹੈ, ਸਾਡੇ ਵਿਧਾਨ ਮੁਤਾਬਕ ਉਹੀ ਨੀਤੀਆਂ ਲਾਗੂ ਹੋਣੀਆਂ ਨੇ, ਕਿਉਂਕਿ ਸਾਡੇ ਵਿਧਾਨ ਦਾ ਜਿਹੜਾ ਮੁੱਖ ਕੇਂਦਰੀ ਜਿਹੜਾ ਦਾ ਭਾਵਨਾ ਹੈ ਵੀ ਨਿੱਜੀ ਪ੍ਰਾਪਰਟੀ ਦੀ ਰਾਖੀ ਕਰਨੀ ਹੈ, ਜਾਣੀ ਮੁਨਾਫਾਖੋਰੀ ਦੀ ਰਾਖੀ ਕਰਨੀ ਹੈ। ਇਸ ਕਰਕੇ ਜਿਨ੍ਹਾਂ 'ਤੇ ਨਹੀਂ ਪ੍ਰਾਪਰਟੀ, ਤਾਂ ਜਿਨ੍ਹਾਂ ਦਾ ਜਿਨ੍ਹਾਂ ਕੋਲ ਨਹੀਂ ਮੁਨਾਫਾ, ਉਹਦੇ ਲਈ ਸਾਡੇ ਵਿਧਾਨ 'ਚ ਕੋਈ ਥਾਂ ਨਹੀਂ, ਰਾਖੀ ਨਹੀਂ। ਉਹ ਭੁੱਖਾ ਵੀ ਮਰ ਸਕਦਾ, ਉਹ ਜੋ ਵੀ ਮਰਜ਼ੀ ਬੇਰੁਜ਼ਗਾਰ ਵੀ ਹੋ ਸਕਦਾ। ਇਸ ਕਰਕੇ ਪਹਿਲੀ ਗੱਲ ਤਾਂ ਸਾਡਾ ਇਸ ਵਿਧਾਨ ਦਾ ਜਿਹੜਾ ਤੱਤ ਸਮਝਣ ਦੀ ਲੋੜ ਹੈ, ਜਿਹਨੂੰ ਆਮ ਤੌਰ 'ਤੇ ਅਸੀਂ ਲੋਕ ਕਹਿੰਦੇ ਹਾਂ ਸਾਡਾ ਜੀ ਆਪਣਾ ਵਿਧਾਨ ਲਾਗੂ ਕਰੋ, ਆਹ ਕਰੋ। ਅਸਲ 'ਚ ਇਹਦੀ ਮਾਰ ਚੱਲਦੇ ਸਾਡਾ ਜਿਹੜਾ ਗਰੀਬ ਵਰਗ ਬਹੁਤ ਜ਼ਿਆਦਾ, ਅੰਤ ਤੋਂ ਵੱਧ ਦੁਨੀਆ ਦੀ ਇੱਥੇ ਗਰੀਬੀ ਹੈ। ਸਾਰੇ ਤਰ੍ਹਾਂ ਆਪਾਂ ਨੂੰ ਪਤਾ ਵੀ ਖਾਦ ਪੱਖੋਂ, ਖਾਣ ਪੱਖੋਂ ਸਾਡੇ 80 ਕਰੋੜ ਜਿਹੜੇ ਬੰਦੇ ਨੇ, ਆਹ ਸਰਕਾਰ ਜਿਹੜਾ ਸਸਤਾ ਅਨਾਜ ਦਿੰਦੀ ਹੈ, ਆਹ ਨਵੇਂ ਖੇਤੀ ਪ੍ਰੋਡਕਸ਼ਨ ਨਾਲ, ਆਹ ਜਿਹੜਾ 1955 ਦਾ ਜਿਹੜਾ ਐਕਟ ਹੈ ਜਿਹਨੇ ਉਹ ਖਤਮ ਕਰਨ ਨਾਲ, ਜਿਹੜਾ ਡੀ ਕੰਟਰੋਲ ਵਾਲਾ ਜਿਹੜਾ ਖਾਦ ਖੁਰਾਕ ਦਾ, ਤਾਂ ਉਹ ਸਾਰਾ ਕਾਸਾ। ਇਹਦਾ ਮਤਲਬ ਸਰਕਾਰ ਇਹਨੂੰ ਦੇਖੋ, ਸਾਡੀ ਇਕੋਨਮੀ ਬਿਲਕੁਲ ਇੱਕ ਸਾਫ਼ ਬੋਲਦੀ ਹੈ, ਸਾਡੇ ਲੋਕਾਂ ਦੀ ਹਾਲਤ, ਪਰ ਇਹ ਜਾਣੀ ਸਿਸਟਮ ਫਿਰ ਉਹਨੂੰ ਬਚਾਉਣ ਦੀ ਬਜਾਏ ਉਹਨੂੰ ਹੋਰ ਤਬਾਹੀ ਕਰਨੀ ਧੱਕਦੀ ਹੈ। ਇਸ ਗੱਲ 'ਤੇ ਆਈਏ ਕਿ ਤੁਸੀਂ ਖਜ਼ਾਨਚੀ ਹੈਗੇ, ਸੰਯੁਕਤ ਕਿਸਾਨ ਮੋਰਚੇ ਦੀ ਵੀ ਜ਼ਿੰਮੇਵਾਰੀ ਹੈਗੀ ਆ ਕਿ ਉਹ ਜੋ ਫੰਡਿੰਗ ਜਾਂ ਆਪਾਂ ਕਹਿੰਦੇ ਜੋ ਸੇਵਾ ਇਕੱਠੀ ਕਰਕੇ ਲੈ ਕੇ ਆਉਂਦੇ, ਉਹ ਕਿਸ ਤਰ੍ਹਾਂ ਖਰਚ ਕੀਤੀ ਜਾਂਦੀ ਹੈ। ਜੇ ਅਸੀਂ ਲੰਗਰਾਂ ਦੇ ਵਿੱਚ ਜਾਂਦੇ ਹਾਂ ਤਾਂ ਲੋਕ ਕਹਿੰਦੇ ਸੀ ਆਪ ਮੁਹਾਰੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਆਏ ਹਾਂ, ਤਾਂ ਆਪ ਉਹ ਲੰਗਰ ਚਲਾ ਰਹੇ ਨੇ, ਆਪ ਉਹ ਸੇਵਾ ਕਰ ਰਹੇ ਨੇ, ਤਾਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਜਿਹੜਾ ਪੈਸਾ ਉਹ ਖਰਚ ਕੀਤਾ ਜਾਂਦਾ ਅੰਦੋਲਨ ਦੇ ਵਿੱਚ? ਕਿਉਂਕਿ ਮੇਰਾ ਅਸਲ 'ਚ, ਕਿਉਂਕਿ ਮੈਂ ਜਿਹੜਾ ਸੂਬੇ ਦਾ ਖਜ਼ਾਨਚੀ
ਕੁਝ ਸਮੇਂ ਤੋਂ ਹੀ ਬਣਿਆ, ਕਿਸੇ ਲੋੜ 'ਚ ਹੀ ਬਣਿਆ। ਘੱਟੋ ਘੱਟ ਮੇਰਾ ਜਾਣੀ ਲੋਕਾਂ ਵਾਲਾ ਇੰਨਾ ਕੁ ਤਾਂ ਜਿਵੇਂ ਤੁਹਾਨੂੰ ਜਾਣਕਾਰੀ ਦਿੱਤੀ ਉਹ ਹੈ, ਪਰ ਇੱਥੋਂ ਦਾ ਜਿੰਨੀ ਇੱਥੋਂ ਦੀ ਜਾਣਕਾਰੀ ਹੈ ਜਾਣੀ ਇੱਥੇ ਇਹਨਾਂ ਨੇ ਬਕਾਇਦਾ ਆਈਡਿੰਗ ਕਮੇਟੀ ਬਣਾਈ ਵੀ ਹੈ ਇਹਨਾਂ ਮੋਰਚੇ ਵਾਲਿਆਂ ਨੇ। ਉਹ ਆਪਣਾ ਹਿਸਾਬ ਕਿਤਾਬ ਦਿੰਦੇ ਨੇ, ਕਿੱਥੇ ਖਰਚ ਕਰਦੇ ਨੇ, ਕੋਈ ਟੈਂਟ ਲਾਉਣਾ ਹੈ, ਕਿਤੇ ਪੱਖੇ ਦੇਣੇ ਨੇ, ਕਿਤੇ ਦਵਾਈ ਦੇਣਾ ਹੈ, ਕਿਤੇ ਖਾਦ ਖੁਰਾਕ ਦੇਣਾ, ਉਹ ਬਕਾਇਦਾ ਇਹਨਾਂ ਦਾ ਇੱਕ ਸਿਸਟਮ ਚੱਲਦਾ। ਕਿਉਂਕਿ ਪਹਿਲਾਂ ਸ਼ੁਰੂ 'ਚ ਹੋ ਸਕਦਾ ਕੁਛ ਇਹਨਾਂ ਗੱਲਾਂ ਵੱਲ ਧਿਆਨ ਨਾ ਦਿੱਤਾ ਗਿਆ ਹੋਵੇ, ਪਰ ਹੁਣ ਬਿਲਕੁਲ ਇਹਦੇ 2-3 ਪੈਨਲ ਜਾਂ ਕਮੇਟੀਆਂ ਬਣਾਈਆਂ ਹੋਏ ਨੇ ਤਾਂ ਜਿਨ੍ਹਾਂ ਨੂੰ ਡੇ ਟੂ ਡੇ ਜਾਂ ਸਮੇਂ ਬਾਅਦ ਆਡਿਟ ਹੁੰਦਾ, ਕਿੱਥੇ ਖਰਚ ਹੋਇਆ, ਕੀ ਹੁੰਦਾ, ਉਹ ਸਾਰੇ ਬਹੁਤ ਜ਼ਿਆਦਾ ਆ ਚੁੱਕੀ। ਰਿਹਾਇਸ਼ਾਂ ਦੇ ਵਿੱਚ ਵੀ ਕਿਸਾਨਾਂ ਨੂੰ ਦਿੱਕਤਾਂ ਹੋ ਰਹੀਆਂ, ਤਾਂ ਉਹਨਾਂ ਵਾਸਤੇ ਵੀ ਪ੍ਰਬੰਧ ਕੀਤੇ। ਹਾਂ ਬਿਲਕੁਲ, ਉਹਨਾਂ ਦੀ ਪੱਕੇ ਕੂਲਰ ਕਈ ਚੀਜ਼ਾਂ ਜਾਨੀ ਹੋਰ ਵੀ ਜਿਹੜੀਆਂ ਜਿਹਨੂੰ ਵੀ ਕੋਈ ਜ਼ਰੂਰਤ ਹੈ, ਜਿਵੇਂ ਸਾਡੇ 2-3 ਟੈਂਟ ਇੱਥੇ ਫੁੱਕ ਗਏ ਯਾਨੀ ਦੁਬਾਰਾ ਬਣਾਏ ਇਹਨਾਂ ਨੇ, ਹੋਰ ਵੀ ਕੋਈ ਨੁਕਸਾਨ ਹੋ ਜੇ ਤਾਂ ਉਹ ਸਾਰਾ ਕੁਝ ਜਾਂ ਹੋਰ ਇਹ ਖਰਚੇ ਸਾਰਾ ਕੁਝ ਇਹ ਪੇ ਕਰਦੇ ਨੇ। ਜਿਵੇਂ ਸਾਊਂਡ ਦਾ ਵਗੈਰਾ ਸੁਣਿਆ ਵੀ ਪਹਿਲਾਂ ਤਾਂ ਬਹੁਤ ਮਹਿੰਗਾ ਸੀਗਾ, ਹੁਣ ਕਿਸੇ ਕੰਪਨੀ ਨੇ ਸ਼ਾਇਦ ਇਹਨੂੰ ਉਦੋਂ ਘੱਟ ਰੇਟ ਤੇ ਸ਼ੁਰੂ ਕੀਤਾ ਜਿਹੜਾ ਸਾਊਂਡਿੰਗ ਜਾਨੀ ਇਹਦੇ ਤੇ ਇਹ ਸ਼ੈੱਡ ਵੀ ਹੋਰ ਵਧਾਉਣਾ ਜਾਨੀ ਇਸ ਕਿਸਮ ਦੇ ਸਾਰੇ ਖਰਚੇ ਹੋਰ ਖਰਚੇ। ਤਾਂ ਜਿਵੇਂ ਸਾਡਾ ਮੇਰਾ ਖਿਆਲ ਕੱਲ ਪਰਸੋਂ ਸ਼ਾਇਦ ਇੱਧਰ ਟਿਕਰੀਵਾਲ ਜਾਂ ਸੰਘੂ ਬਾਰਡਰ ਤੇ ਹਨੇਰੀ ਨਾਲ ਕੁਝ ਨੁਕਸਾਨ ਹੋਇਆ ਟੈਂਟਾਂ ਦਾ, ਜਾਨੀ ਉਹ ਵੀ ਉਧਰੋਂ ਕੁਝ ਉਹਨਾਂ ਨੇ ਮੰਗੀ। ਹਾਂ ਉਹਨਾਂ ਨੇ ਮੰਗਿਆ ਸਾਨੂੰ ਕੁਝ ਮਦਦ ਦਿਓ, ਜਿੰਨੀ ਵੀ 5 ਲੱਖ ਜਾਂ 10 ਲੱਖ ਦੀ, ਜਾਨੀ ਉਹ ਵੀ ਇੱਧਰੋਂ ਜਾਊਗੀ। ਇਸ ਤਰ੍ਹਾਂ ਦਾ ਵੀ ਇੱਕ ਤਰ੍ਹਾਂ ਦਾ ਇਹ ਪੂਰਾ ਇਹਦੇ 'ਚ ਇੱਕ ਜਿਹੜੀ ਪਾਰਦਰਸ਼ਤਾ ਹਿਸਾਬ ਕਿਤਾਬ 'ਚ। ਗੁਰਮੀਤ ਸਿੰਘ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ USA ਦੀ ਲਾਈਫ ਛੱਡ ਕੇ ਪੰਜਾਬ ਦੇ ਵਿੱਚ ਆ ਕੇ ਕਿਉਂ ਆਉਣਾ ਪਸੰਦ ਕੀਤਾ? ਕਿਉਂਕਿ ਤੁਸੀਂ ਦੇਖ ਸਕਦੇ ਹੋ ਹਰ ਕੋਈ ਇਹ ਕਹਿੰਦਾ ਕਿ ਸਾਨੂੰ ਅੱਛੀ ਲਾਈਫ ਸਟਾਈਲ ਤੇ ਅੱਛਾ ਦੇਸ਼ ਮਿਲੇ, ਹੈ ਨਾ ਜੀ। ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਚੀਜ਼ ਦਾ ਨਿੱਜੀਕਰਨ ਹੋ ਰਿਹਾ, ਹਰ ਲੋਕ ਭੁੱਖਮਰੀ ਨਾਲ ਮਰ ਰਹੇ ਨੇ, ਇੱਥੋਂ ਤੱਕ ਕਿ ਪੂਰੀ ਇਕਨੋਮੀ ਜਿਹੜੀ ਦੇਸ਼ ਦੀ ਆ ਉਹ ਵੀ ਬਹੁਤ ਜ਼ਿਆਦਾ ਡਿੱਗਦੀ ਜਾ ਰਹੀ। ਤਾਂ ਕਿਵੇਂ ਤੁਸੀਂ ਸੋਚਦੇ ਪਏ ਹੋ ਕਿ ਮੈਂ ਇੱਥੇ, ਤੁਸੀਂ ਕਿਹਾ ਕਿ ਮੈਂ 2019 ਤੋਂ ਆ ਕੇ ਇੱਥੇ ਸੈਟਲ ਹੋ ਗਿਆ ਤਾਂ ਇਹ ਜਾਣ ਦਾ ਪ੍ਰੋਗਰਾਮ ਜਿਹੜਾ ਨਹੀਂ ਬਣਾਇਆ, ਤਾਂ ਕਿਵੇਂ ਦੇਖਦੇ ਹੋ ਤੁਸੀਂ ਇੱਥੇ ਇਸ ਚੀਜ਼ ਨੂੰ? ਅਸਲ 'ਚ ਨਾ ਇਹ ਆਪਾਂ ਅੱਜ ਦਾ ਯੁੱਗ ਹੈ ਦੁਨੀਆ ਪੱਧਰ ਤੇ ਕੈਪੀਟਲ ਕਾਰਪੋਰੇਟ ਜਾਨੀ ਯੁੱਗ ਹੈ। ਪੂੰਜੀਵਾਦ ਇੱਕ ਨਾਰਮਲ ਜਿਹੜਾ ਪ੍ਰੋਸੈਸ ਸੀ ਅੱਜ ਤੋਂ 200 ਸਾਲ 150 ਸਾਲ ਪਹਿਲਾਂ, ਉਹ ਤਰ੍ਹਾਂ ਨਾਲ ਪ੍ਰੋਡਕਸ਼ਨ ਦਾ ਆਪਸੀ ਕੰਪੀਟੀਸ਼ਨ ਦਾ ਇੱਕ ਖੇਤਰ ਜਾਂ ਮੁਲਕ ਪੱਧਰਾ ਸੀਗਾ। ਬਾਕੀ ਜਦੋਂ ਨੇ ਆਪਣੀ ਮਾਰਕੀਟ ਲਈ ਸਰਪਲਸ ਲਈ ਦੁਨੀਆ ਨੇ ਮੰਡੀ 'ਚ ਗਿਆ ਤਾਂ ਜਿਹਦਾ ਫਿਰ ਬਾਕੀ ਦੁਨੀਆ 'ਚ ਫਲਾਕ ਕੀਤਾ, ਉੱਥੋਂ ਦੀ ਇਕਨੋਮੀ 'ਤੇ ਅਸਰ ਕੀਤਾ। ਆਪਣੇ ਮੁਤਾਬਕ ਉਸ ਮੁਲਕ ਦੀ ਇਕਨੋਮੀ ਨੂੰ ਉਹਨਾਂ ਨੇ ਇੰਡਸਟਰੀਅਲ ਮੁਲਕਾਂ ਨੇ ਜਿਵੇਂ ਬਰਤਾਨੀਆ ਨੇ ਸਾਡੇ ਆਪਣੇ ਮੁਲਕ ਦੀ ਇਕਨੋਮੀ ਨੂੰ ਆਪਣੇ ਮੁਤਾਬਕ ਲੁੱਟਿਆ, ਸਾਡੀ ਐਗਰੀਕਲਚਰ ਨੂੰ, ਸਾਡੀ ਦੀ ਪ੍ਰੋਡਕਸ਼ਨ ਨੂੰ, ਤਾਂ ਉਹਦੇ ਲਈ ਇੱਕ ਮਾਰਕੀਟ ਕ੍ਰੀਏਟ ਕੀਤੀ, ਉੱਥੋਂ ਬਣਿਆ ਮਾਲ ਇੱਥੇ ਵੇਚਿਆ। ਜਾਨੀ ਦੁਨੀਆ ਨੇ ਅਸਲ 'ਚ ਦੋ ਜੰਗਾਂ ਇਸ ਕਰਕੇ ਲੜੀਆਂ ਗਈਆਂ, ਜਿਹੜਾ ਇੰਪੀਰੀਅਲਿਸਟ ਮੁਲਕ ਨੇ, ਸਾਮਰਾਜੀ ਮੁਲਕਾਂ 'ਚ ਮਾਰਕੀਟ ਦਾ ਕਲੈਸ਼ ਹੋਇਆ। ਕਿਉਂਕਿ ਜਿੱਥੇ ਇੰਗਲੈਂਡ ਪੂਰੀ ਦੁਨੀਆ 'ਤੇ ਹੋਲਡ ਕਰਦਾ ਸੀ ਤਾਂ ਜਾਂ ਯੂਰਪ ਦੇ ਜਿਹੜੇ ਹੋਰ ਮੁਲਕ ਫਰਾਂਸ ਵਗੈਰਾ, ਤਾਂ ਉੱਥੇ ਜਾਨੀ ਜਰਮਨ, ਇਟਲੀ ਤੇ ਜਾਪਾਨ ਤਿੰਨਾਂ ਦਾ ਗਰੁੱਪ ਉਸ ਮਾਰਕੀਟ ਐਂਟਰ ਹੋਣਾ ਚਾਹੁੰਦਾ ਸੀ। ਜਿਹਦੇ ਕਰਕੇ 2 ਜੰਗਾਂ ਮੰਡੀ ਲਈ ਹੋਈਆਂ। ਅੱਛਾ, ਮੰਡੀ ਦਾ ਸਿੱਟਾ ਇਹ ਨਿਕਲਿਆ ਤਾਂ ਰੂਸ 'ਚ ਇਨਕਲਾਬ ਆਇਆ, ਤਾਂ ਜਿਹਦੇ ਕਰਕੇ ਇੱਕ ਨਵਾਂ ਅਲਟਰਨੇਟਿਵ ਦੁਨੀਆ 'ਚ ਆ ਗਿਆ ਵੀ ਪੂੰਜੀਵਾਦ ਦੇ ਖਾਤਮੇ ਤੋਂ ਬਾਅਦ ਜਿਹੜਾ ਸਮਾਜਵਾਦ ਹੈ, ਲੋਕਾਂ ਦਾ ਰਾਜ ਹੈ, ਉਹ ਅਗਲਾ ਪੜਾ ਹੈ ਦੁਨੀਆ ਦੇ ਸਮਾਜ ਨੂੰ ਚੰਗੀ ਜੀਵਨ ਲਈ। ਤਾਂ ਪਰ ਸਾਮਰਾਜੀ ਮੁਲਕਾਂ ਨੇ 1948 ਤੋਂ ਬਾਅਦ UN ਵਗੈਰਾ ਸਾਂਝੀਆਂ ਕਮੇਟੀਆਂ ਬਣਾਈਆਂ, ਅਸੀਂ ਆਪਣੇ ਆਪ ਨੂੰ ਕਿਵੇਂ ਸੇਫ ਰੱਖੀਏ, ਅਸੀਂ ਆਪਣੇ ਆਪ ਨਾਲ ਲੜੀਏ। ਇਹਨਾਂ ਜਿਹੜੇ ਉਹਦੇ 'ਚ ਆਪਾਂ ਜਿਹੜੇ ਅੱਡ ਗੈਟ ਵਗੈਰਾ ਦੇ ਸਮਝੌਤੇ ਬਣਾਏ, ਕਿਵੇਂ ਵਪਾਰ ਕਰਨਾ, ਕੀ ਕਰਨਾ, WTO ਜੋ ਵੀ ਪਾਲਿਸੀਆਂ ਆਈਆਂ ਨੇ ਨਾ, ਆਪਣੀ ਸੇਫਟੀ ਲਈ ਲੜਨ ਦੀ ਬਜਾਏ ਸਮੁੱਚੀ ਦੁਨੀਆ ਦੀ ਮੰਡੀ ਨੂੰ ਆਪਾਂ ਕਿਵੇਂ ਲੁੱਟੀਏ, ਅਸਲ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਨੇ ਉਦੋਂ ਕ੍ਰੀਏਟ ਕੀਤੀਆਂ। ਨਾਲ ਉਹਨੇ ਇੱਕ ਨਿਸ਼ਾਨਾ ਰੱਖਿਆ ਜਿਹੜਾ ਸੋਸ਼ਲਿਸਟ ਨੂੰ ਅਸੀਂ ਜਿਹੜਾ ਸੋਸ਼ਲਿਸਟ ਪ੍ਰਬੰਧ ਹੈ ਉਹਨੂੰ ਕਿਵੇਂ ਖਤਮ ਕਰੀਏ। ਤਾਂ ਉਹਨਾਂ ਨੇ ਚੇਤਨ ਤੌਰ 'ਤੇ ਫਿਰ ਜਿਵੇਂ ਰਸ਼ੀਆ 'ਚ ਵੀ ਕਾਊਂਟਰ ਰੈਵੋਲੂਸ਼ਨ ਆਇਆ, ਉੱਥੇ ਵੀ ਦਾਖਲ ਦਿੱਤਾ। ਜਾਣੀ 5 ਮੁਲਕਾਂ ਨੇ ਰਸ਼ੀਆ 'ਤੇ 2-3 ਵਾਰੀ ਹਮਲਾ ਕੀਤਾ। ਉੱਥੋਂ ਦਾ ਜਿਹੜਾ ਐਲੀਮੈਂਟ ਪੈਟੀ ਬੁਰਜੂਆਜ਼ੀ ਉਹਨਾਂ ਨੂੰ ਜਾਣੀ ਖੁਸਾਇਆ, ਜਾਣੀ ਉਸ ਮੁਲਕ 'ਚ ਵੀ ਮੁੜ ਕੇ ਇੱਕ ਤਰ੍ਹਾਂ ਪੂੰਜੀਵਾਦੀ ਸਿਸਟਮ ਨੂੰ ਮੁੜ ਬਹਾਲ ਕੀਤਾ। ਜਾਣੀ ਅੱਜ ਦੁਨੀਆ ਦਾ ਜਿਹੜਾ ਇਹਦਾ ਆਪਣਾ ਕ੍ਰਾਈਸਿਸ ਹੈ। ਤਾਂ ਜਿਵੇਂ ਆਪਣੀ ਮਾਰਕੀਟ ਲਈ ਅੱਜ ਇਹ ਜਾਣੀ ਅਮਰੀਕਾ ਦਾ ਅੱਜ ਇਹ ਹਾਲ ਹੈ,
ਉੱਥੇ 35% ਬੇਰੁਜ਼ਗਾਰੀ ਹੈ। ਕੋਈ ਅਮਰੀਕਾ ਦੀ ਜਿਹੜੀ ਇੰਡਸਟਰੀ ਹੈ, ਤੀਜਾ ਐਸਾ ਇੰਡਸਟਰੀ ਜਿਹਦੇ ਸਾਰੀਆਂ ਮਸ਼ੀਨਰੀ ਖੜੀ ਹੈ, ਜਿਵੇਂ ਉਹਨੂੰ ਜੰਗਾਲ ਲੱਗਿਆ ਹੁੰਦਾ, ਕਿਉਂਕਿ ਉਹਨਾਂ ਨੇ ਸ਼ਿਫਟ ਕਰਤਾ ਚਾਈਨਾ 'ਚ ਜਾਂ ਆਪਣਾ ਬੰਗਲਾਦੇਸ਼ 'ਚ, ਹੋਰਾਂ ਮੁਲਕਾਂ 'ਚ, ਮੈਕਸੀਕੋ ਵਗੈਰਾ 'ਚ, ਇਹਨਾਂ ਮੁਲਕਾਂ 'ਚ, ਤਾਂ ਕਿ ਉੱਥੇ ਲੇਬਰ ਸਸਤੀ ਹੈ। ਕਿਉਂਕਿ ਕੈਪੀਟਲ ਦਾ ਇਹੀ ਨਿਸ਼ਾਨਾ ਹੁੰਦਾ, ਸਸਤੀ ਲੇਬਰ 'ਚੋਂ ਉਹਨੇ ਮੁਨਾਫਾ ਕਮਾਉਣਾ। ਜਿਵੇਂ ਬੰਗਲਾਦੇਸ਼ 'ਚ ਆ ਜਿਹੜਾ ਆਪਣੇ ਕੱਪੜਿਆਂ ਦਾ ਵੱਡਾ ਬਿਜ਼ਨਸ ਹੈ, ਤਾਂ ਉੱਥੇ ਉਹ ਸਾਰਿਆਂ ਦਾ ਪਹਿਲਾਂ ਮੇਰਾ ਖਿਆਲ 60 ਸੈਂਟ ਇੱਕ ਦਿਹਾੜੀ ਸੀਗੀ। ਉਹਨੇ ਸਟਰਗਲ ਕੀਤੀ ਮੇਰੇ ਖਿਆਲ 3-4 ਸਾਲ ਪਹਿਲਾਂ $1 ਦੀ ਡਿਮਾਂਡ 'ਤੇ। ਕਿੱਥੇ ਅਮਰੀਕਾ ਦੇ ਮਜ਼ਦੂਰ ਨੂੰ ਉਹ $15-20 ਦੇਣਗੇ। ਤਾਂ ਸਸਤੀ ਲੇਬਰ ਕਰਕੇ ਉਹ ਸਾਰਾ ਕੁਝ ਹੀ ਆਪਣੀ ਜਿਹੜੀ ਮਾਰਕੀਟ ਵੀ ਸ਼ਿਫਟ ਕਰਦੇ ਨੇ, ਕੱਚਾ ਮਾਲ ਲਿਆਉਂਦੇ ਨੇ, ਸਮੁੰਦਰ 'ਚ ਕਿੰਨਾ ਰਾਹ ਗਾਉਂਦੇ ਨੇ, ਕਿੰਨਾ ਪਾਣੀ ਮੇਰਾ ਮਤਲਬ ਉਹ ਪ੍ਰਦੂਸ਼ਣ ਫੈਲਾਉਂਦੇ ਨੇ, ਉੱਥੋਂ ਬਣਿਆ ਮਾਲ ਉੱਥੇ ਲੈ ਕੇ ਜਾਂਦੇ ਨੇ। ਜਾਣੀ ਕੈਪੀਟਲਿਸਟ ਦਾ ਕੋਈ ਹੁਣ ਮੁਲਕ ਨਹੀਂ ਰਿਹਾ ਜਿੱਥੇ ਸਸਤੀ ਲੇਬਰ, ਸਸਤੇ ਜਿਹੜਾ ਕੁਦਰਤੀ ਰਾ ਮਟੀਰੀਅਲ ਮਿਲਦਾ ਉਹਨਾਂ ਨੂੰ। ਆਪਣੇ ਜਿਹੜੇ ਮੁਲਕ 'ਚੋਂ ਜਿੰਨੇ ਆਪਣਾ ਝਾਰਖੰਡ ਦਾ ਏਰੀਆ ਜਾਂ ਜਿਹੜਾ ਜੰਗਲੀ ਏਰੀਆ ਆਪਾਂ ਕਹਿੰਦੇ ਆਦਿਵਾਸੀ, ਉੱਥੇ ਜਿੰਨੇ ਆਪਣਾ ਅੱਜ ਜਿਹੜਾ ਲੋਹਾ ਨਿਕਲਦਾ, ਉਹ ਸਾਰੀਆਂ ਜਿਹੜੀ ਜਾਪਾਨੀ ਕਾਰਾਂ ਆਪਣੇ ਉਸ ਲੋਹੇ ਤੋਂ ਬਣਦੀਆਂ ਨੇ। ਹੋਰ ਵੀ ਜਿੰਨੇ ਇੱਥੋਂ ਅੱਜ ਕੱਲ੍ਹ ਜਿੰਨੇ ਕੁਦਰਤੀ ਰਿਸੋਰਸਿਸ ਨੇ, ਦੁਨੀਆ ਦੀਆਂ ਵੱਡੀਆਂ ਕੰਪਨੀਆਂ ਨੇ ਉੱਥੇ ਸਾਰਾ ਕੁਛ ਜੇ ਲੁੱਟ ਰਹੀਆਂ ਨੇ। ਹਾਂਜੀ, ਨਾ ਮੈਂ ਇਸ ਕਰਕੇ ਆਇਆ ਕਿ ਤਾਂ ਮੇਰੀ ਸਮਝ ਸੀ ਵੀ ਕਿਉਂਕਿ ਉੱਥੇ ਵੀ ਬੇਰੁਜ਼ਗਾਰੀ ਵੱਧਦੀ ਹੈ, ਪਰ ਉਹਨਾਂ ਨੇ ਕਿਸੇ ਹੱਦ ਤੱਕ ਉਸ ਸਿਸਟਮ ਨੂੰ ਕੁਛ ਅਮੀਰ ਲੋਕਾਂ 'ਤੇ ਟੈਕਸ ਲਾ ਕੇ ਬੇਰੁਜ਼ਗਾਰੀ ਜਾਂ ਕੁਛ ਘੱਟੋ ਘੱਟ ਜਾਣੀ $1700 ਜਿਹਦੀ ਆਮਦਨ ਸਾਲ ਦੀ ਘੱਟ ਹੈ, ਉਹਨੂੰ ਸਰਕਾਰ ਏਡ ਕਰਦੀ ਹੈ। ਉਹਨੂੰ ਥੋੜ੍ਹੀ ਜਿਹੀ ਖੁਰਾਕ ਸਸਤੀ ਮਿਲਦੀ ਹੈ, ਮੈਡੀਕਲ ਫੈਸਿਲਿਟੀਜ਼ ਮਿਲਦੀਆਂ ਨੇ, ਜਾਣੀ ਉਹ ਗਰੀਬੀ ਨੂੰ ਆਪਣੇ ਨੂੰ ਉਸ ਸੈਕਸ਼ਨ ਨੂੰ ਇਸ ਤਰ੍ਹਾਂ ਕਵਰ ਕਰਦੀ ਹੈ। ਪਰ ਹੁਣ ਉੱਥੇ ਦਿਨੋਂ ਦਿਨ ਇਹ ਤੰਗੀ ਵੱਧਦੀ ਹੈ। ਅੱਛਾ, ਲੋਕ ਕੰਮ ਦੇ ਘੰਟੇ ਬਹੁਤ ਕਰਦੇ ਨੇ, ਇੱਕ ਆਟੋਮੇਸ਼ਨ ਮਸ਼ੀਨਰੀ ਕਰਨ ਨਾਲ, ਕੰਪਿਊਟਰ ਨਾਲ, ਜਾਣੀ ਲੋਕਾਂ ਨੂੰ ਜਿਵੇਂ ਕੰਮ ਤੋਂ ਵੀ ਛਾਂਟੀ ਕਰਦੇ ਨੇ, ਬੰਦੇ ਰੱਖਣ ਦੀ ਬਜਾਏ ਆਟੋਮੈਟਿਕ ਕੰਪਿਊਟਰ 'ਚ ਥੋੜ੍ਹੇ ਬੰਦਿਆਂ ਦੀ ਲੋੜ ਪੈਂਦੀ ਹੈ, ਜਾਣੀ ਸਟੋਰਾਂ 'ਚ ਵੀ ਥੋੜ੍ਹੇ ਬੰਦੇ ਦੀ ਲੋੜ ਪੈਂਦੀ ਹੈ, ਜਿਹਦੇ ਨਾਲ ਜਿਹੜੀ ਬਾਫਰ ਲੇਬਰ ਹੈ ਉਹ ਆਪਣੇ ਆਪ 'ਚ ਉੱਤੇ ਇੱਕ ਸਮੱਸਿਆ ਬਣੀ ਵੀ ਉਹਨਾਂ ਮੁਲਕਾਂ 'ਚ। ਤਾਂ ਜਿਹਦੇ ਕਰਕੇ ਉਹ ਬਾਰ-ਬਾਰ ਉਧਰ ਮਹਿੰਗਾਈ ਵੀ ਬਹੁਤ ਵੱਧ ਰਹੀ ਹੈ, ਕਿਉਂਕਿ ਸਟੇਟ ਕੋਲ ਇੱਕੋ ਰਾਹ ਹੁੰਦਾ ਹੈ, ਜਦੋਂ ਕੋਈ ਨਾ ਹੋਵੇ ਫਿਰ ਨੋਟ ਛਾਪਦੀ ਹੈ, ਨੋਟ ਨਾਲ ਫਲੋ ਆਉਂਦਾ, ਚੀਜ਼ਾਂ ਮਹਿੰਗੀਆਂ ਹੁੰਦੀਆਂ ਨੇ, ਲੋਕਾਂ ਦੀ ਜੇਬਾਂ 'ਚੋਂ ਰੁਪਈਆ ਫੇਰ ਉਤਰਦਾ। ਜਾਂ ਉਹਨਾਂ ਨੇ ਇੱਕ ਕਰਜ਼ਾ ਸਿਸਟਮ ਸ਼ੁਰੂ ਕੀਤਾ, ਕ੍ਰੈਡਿਟ ਕਾਰਡ। 1970 ਤੋਂ ਬਾਅਦ ਉਹਨੇ ਲੋਕਾਂ ਨੂੰ ਕ੍ਰੈਡਿਟ ਕਾਰਡ ਦਿੱਤਾ, ਨਹੀਂ ਪੈਸੇ ਚੀਜ਼ਾਂ ਖਰੀਦ ਲਓ, ਉਹਦੀ ਪੇਮੈਂਟ ਤਾਂ ਤੁਸੀਂ ਅਗਲੇ ਬਿੱਲ 'ਚ ਦੇਂਗੇ ਹੋ ਨਾ, ਜਾਂ ਤੁਹਾਡਾ ਫਿਊਚਰ ਵੀ ਇਨਕਮ ਦਾ ਕਰਜ਼ੇ 'ਚ ਗਰਾਪੋ ਉਹ ਸਿਸਟਮ ਆਇਆ ਆਪਣੇ ਆਪ ਨੂੰ ਬਚਾਉਂਦਾ, ਪਰ ਬਹੁਤ ਬੜੇ ਕ੍ਰਾਈਸਿਸ 'ਚ ਉਹ। ਤਾਂ ਇਸ ਕਰਕੇ ਦੁਨੀਆ ਪੱਧਰ 'ਤੇ ਜਾਣੀ ਅਮਰੀਕਾ 'ਚ 2000 ਸ਼ਾਇਦ 16 'ਚ ਇੱਕ ਨਾਰਾ ਲੱਗਾ ਸੀ 1% ਵਰਸਸ 99%। ਉਹਨੇ ਨਿਊਯਾਰਕ ਜਿਹੜਾ ਉਹਦਾ ਮਾਰਕੀਟ ਸੈਂਟਰ ਹੈ ਉਹ ਕਿੰਨੇ ਦਿਨ ਘੇਰੀ ਰੱਖਿਆ, ਜਿਵੇਂ ਆਪਾਂ ਦਿੱਲੀ ਘੇਰੀ ਹੈ। ਤਾਂ ਉੱਥੋਂ ਫਿਰ ਉਹਨੇ ਸਿੱਟਾ ਕੱਢਿਆ ਵੀ 1% ਕੋਲ ਸਾਡਾ ਜਿਹੜਾ ਸਾਰਾ ਮੁਨਾਫਾ ਇਕੱਠਾ ਹੋ ਰਿਹਾ, ਔਰ 99% ਲੋਕ ਗਰੀਬ ਹੋ ਰਹੇ ਨੇ। ਜਿਹੜੀ ਇਹ ਨਾਰਾ ਉੱਥੋਂ ਹੀ ਸ਼ੁਰੂ ਹੋਇਆ, ਜਿਹੜੀ ਕੰਸਨਟ੍ਰੇਸ਼ਨ ਆਫ ਵੈਲਥ ਹੈ ਜਿਹੜੀ, ਇਹ ਅਸਲ ਦੁਨੀਆ 'ਚ ਵੱਧ ਰਹੀ ਹੈ। ਇਹੀ ਅਸਲ 'ਚ ਇੱਕ ਵਿਰੋਧ ਹੈ, ਜਿਹੜੀ ਸਮੁੱਚੇ ਸਮਾਜ ਦਾ ਇੱਕ ਪਾਸੇ ਕੰਸਨਟ੍ਰੇਸ਼ਨ ਆਫ ਵੈਲਥ, ਜਾਣੀ ਇਹ 'ਚ ਕੰਟਰਾਡਿਕਸ਼ਨ ਹੈ, ਕਿਉਂਕਿ ਇਹ ਵੈਲਥ ਲੋਕਾਂ ਕੋਲ ਕਿਵੇਂ ਜਾਵੇ, ਇਹਦੀ ਲੜਾਈ ਹੈ ਦੁਨੀਆ ਪੱਧਰ 'ਤੇ, ਜਿਹਦੇ ਕਰਕੇ ਇੱਕ ਪਾਸੇ ਖੁਸ਼ਹਾਲੀ ਕਿਵੇਂ ਪ੍ਰਾਪਤ ਹੋਵੇ, ਗਰੀਬੀ ਕਿਵੇਂ ਦੂਰ ਹੋਵੇ, ਇਹ ਸਮਾਜਿਕ ਤੌਰ 'ਤੇ ਇੱਕ ਚੇਤਨ ਦਾ ਇੱਕ ਕੰਟਰਾਡਿਕਸ਼ਨ ਦੁਨੀਆ ਪੱਧਰ 'ਤੇ ਆਈ ਵੀ ਹੈ। ਇਹ ਚਾਹੇ ਯੂਰਪੀਅਨ ਨਾਲ ਮੁਲਕ ਨੇ, ਪਰ ਯੂਰਪੀਅਨ ਮੁਲਕਾਂ ਦੇ ਸੀ ਉੱਥੇ ਟ੍ਰੇਡ ਯੂਨੀਅਨ ਦਾ ਸਿਸਟਮ ਪਹਿਲਾਂ ਤੋਂ ਹੀ ਸੀਗਾ। ਉਹ ਮੇਰੇ 200 ਸਾਲ ਤੋਂ ਪਹਿਲਾਂ ਤੋਂ ਟ੍ਰੇਡ ਯੂਨੀਅਨ ਵਗੈਰਾ ਲੋਕ ਉਹਦੇ ਲਈ ਬੜੀ ਛੇਤੀ ਇਕੱਠੇ ਹੁੰਦੇ ਨੇ। ਫਰਾਂਸ ਦੀ ਜਿਵੇਂ ਮਿਸਾਲ ਹੈ, ਪਿਛਲੇ 2 ਸਾਲ ਪਹਿਲਾਂ ਉੱਥੇ ਪੈਟਰੋਲ ਦੀਆਂ ਕੀਮਤਾਂ ਵਧੀਆਂ ਸੀਗੀਆਂ, 1-2 ਦਿਨ 'ਚ ਉਹਨੇ ਵਾਪਸ ਕਰਾਤੀ। ਆਪਣੇ ਹੁਣ ਪੈਟਰੋਲ ਦੀਆਂ ਕੀਮਤਾਂ ਕਿੰਨਾ ਕੁਛ ਵੱਧਦੀ ਹੈ, ਨਹੀਂ ਅਵੇਅਰਨੈਸ, ਯਾਨੀ ਉਹਨਾਂ ਲੋਕਾਂ 'ਚ ਇਹਨਾਂ ਗੱਲਾਂ ਲਈ ਹਾਲੇ ਵੀ ਅਵੇਅਰਨੈਸ ਹੈ, ਜਿਹਦੇ ਕਰਕੇ ਸਰਕਾਰਾਂ ਉਸ ਕਿਸਮ ਦੀਆਂ ਪਾਲਿਸੀਆਂ ਨੀਤੀਆਂ ਲਾਗੂ ਕਰਨੋਂ ਬਚ ਕੇ ਚੱਲਦੀਆਂ ਨੇ। ਤਾਂ ਜਿਉਂ-ਜਿਉਂ ਪਰ ਕ੍ਰਾਈਸਿਸ ਹੋਰ ਡੂੰਘਾ ਹੁੰਦਾ, ਇਸ ਕਰਕੇ ਜਿਹੜੀ ਲੇਬਰ ਦੀ, ਕਾਮੇ ਦੀ ਔਰ
ਇੰਪਲਾਈ ਦੀ ਕੰਟਰਾਡਿਕਸ਼ਨ ਹੈ ਦੁਨੀਆ ਪੱਧਰ ਤੇ ਉਹਨਾਂ ਮੁਲਕਾਂ 'ਚ ਵੱਧ ਰਿਹਾ। ਫਿਰ ਪੰਜਾਬ ਆਪਾਂ ਪੂਰੇ ਦੇਸ਼ ਦੀ ਗੱਲ ਕਰੀਏ, ਭਾਰਤ ਦੇਸ਼ ਦੀ, ਤਾਂ ਇੱਥੇ ਵੀ ਇਹੀ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਇੱਥੇ ਤਾਂ ਉਦੋਂ ਹੀ ਵੱਧਦਾ। ਇੱਥੇ ਤਾਂ ਅਸਲ 'ਚ ਆਪਣਾ ਨਾ ਜਿਹੜਾ ਉਧਰ ਦਾ ਜਿਹੜੀ ਚੰਗੀ ਗੱਲ ਹੈ ਜਿਹੜੀ ਲੋਕਾਂ ਦੀ ਕਿ ਕੌਨਸ਼ੀਅਸ ਜਿਵੇਂ ਪਹਿਲਾਂ ਤਾਂ ਟ੍ਰੇਡ ਯੂਨੀਅਨ ਬਣਨਾ, ਉਵੇਂ ਲੜਨਾ, ਡੈਮੋਕ੍ਰੇਸੀ ਰਾਈਟ ਨੇ। ਇੱਥੇ ਤਾਂ ਸਾਡੇ ਤੇ ਅਨਪੜ੍ਹਤਾ, ਸਾਡੇ ਕੋਲ ਵਹਿਮ, ਸਾਡੇ ਕੋਲ ਭਰਮ, ਤੇਰੀ ਗਰੀਬੀ ਦਾ ਕਾਰਨ ਤੇਰਾ ਰੱਬ ਹੈ, ਤੇਰੀ ਕਿਸਮਤ ਹੈ, ਫਲਾਣਾ ਹੈ, ਜਾਂ ਹਿੰਦੂ ਜਾਂ ਮੁਸਲਮਾਨ ਸਾਡੀ ਲੁੱਟਦਾ ਹੈ, ਜਾਂ ਫਲਾਣਾ ਤਬਕਾ ਲੁੱਟਦਾ ਹੈ। ਆਪਣੇ ਤਾਂ ਜਿਹੜੀ ਇਹ ਲੋਕਾਂ ਦੀ ਅਗਿਆਨਤਾ ਕਰਕੇ ਇੱਕ ਜੁਟਤਾ ਨਹੀਂ, ਇੱਕ ਯੂਨਿਟੀ ਨਹੀਂ। ਜਿਵੇਂ ਕਿਸਾਨੀ 'ਚ ਯੂਨਿਟੀ ਹੋਈ ਹੈ, ਆਪਾਂ ਮਿਸਾਲ ਲੈ ਲਈ ਨਾ, ਸਮੁੱਚੇ ਕਿਸਾਨਾਂ 'ਚ ਇੱਕ ਯੂਨਿਟੀ ਬਣ ਗਈ। ਹੁਣ ਆਪਣੇ ਗਰੀਬ ਤਬਕਿਆਂ 'ਚ ਜਾਂ ਅੱਡ-ਅੱਡ ਜਾਤਾਂ ਫਿਰਕਿਆਂ 'ਚ ਵਿਆਹ ਤੈਨੂੰ ਲੁੱਟਦਾ ਹੈ, ਵਿਆਹ ਯਾਨੀ ਇਹ ਤਰ੍ਹਾਂ ਦੋਖੀ ਹੈ। ਮੁਸਲਮਾਨਾਂ ਨੇ ਮੁਲਕ ਨੂੰ ਲੁੱਟਿਆ, ਮੁਸਲਮਾਨੀ ਦੇ ਦੋਖੀ ਨੇ, ਮੁਸਲਮਾਨ ਪਾਪੂਲੇਸ਼ਨ ਮੇਰਾ ਮਤਲਬ ਇਸ ਕਿਸਮ ਦੇ ਜਿਹੜੇ ਸਟੇਟ ਨੇ ਲੋਕਾਂ ਦੇ ਪ੍ਰਤੀ ਜਿਹੜੇ ਨਾਅਰੇ ਜਾਂ ਪੋਲੀਟਿਕਸ ਦੇ ਰਹੀ ਹੈ ਨਾ, ਸਾਡੇ ਲੋਕ ਇਸ ਪੋਲੀਟਿਕਸ ਲਈ ਅਵੇਅਰ ਨਹੀਂ, ਉਹਦੇ ਲਈ ਕੋਈ ਨਹੀਂ ਕਰ ਰਿਹਾ। ਮੈਂ ਤਾਂ ਇੱਥੋਂ ਤੱਕ ਕਹੂੰਗਾ, ਜੇ ਤੁਸੀਂ ਕਿਸੇ ਮਿਡਲ ਕਲਾਸ ਨੂੰ ਪੁੱਛੋ ਵੀ ਸਿਸਟਮ ਕੀ ਹੁੰਦਾ, ਸਰਕਾਰ ਕੀ ਹੁੰਦੀ ਹੈ, ਕਿਸੇ ਕੋਲ ਕੋਈ ਜਵਾਬ ਨਹੀਂ। ਜੀ ਉਹ ਮੋਦੀ ਨੂੰ ਗਾਲਾਂ ਕੱਢ ਲੈਣਗੇ ਵੀ ਸਾਰਾ ਕੁਝ ਕਿਉਂ ਚੱਲਦਾ, ਜਾਂ ਗਰੀਬੀ ਕਿਉਂ ਹੈ। ਅੱਛਾ, ਜਾਂ ਕਹਿਣਗੇ ਵੀ ਪ੍ਰਾਈਵੇਟ ਨੌਕਰੀਆਂ 'ਚ ਕਿਉਂ ਜਿਹੜਾ ਆਪਣਾ ਬੱਚਾ ਕਿਸੇ ਨਰਸਿੰਗ ਕਰੀ ਹੈ ਉਹ ਜਿੱਥੇ 50,000 60,000 ਲੈਂਦਾ, ਜਾਨੀ ਕਿਉਂ ਪ੍ਰਾਈਵੇਟ ਡਾਕਟਰ ਦੇ 10,000 ਦੀ ਨੌਕਰੀ ਕਰਦਾ, ਕਿਉਂ ਇੰਜੀਨੀਅਰ ਨੂੰ ਨੌਕਰੀ ਨਹੀਂ ਮਿਲਦੀ। ਕੋਈ ਇਹਨਾਂ ਕੋਲ ਜਵਾਬ ਨਹੀਂ। ਜਿੰਨਾ ਚਿਰ ਹਾਂ, ਪਰ ਲੋਕਾਂ 'ਚ ਹੁਣ ਸਮਝ ਆ ਰਹੀ ਹੈ ਵੀ ਇਹਦੇ ਕਾਰਨ ਜਿੰਨਾ ਚਿਰ ਲੋਕ ਆਪਣੇ ਆਪ 'ਚ ਹੁਣ ਵੀ ਜਿਵੇਂ ਕਹਿ ਲਓ, ਜਿਹੜੀ ਮੋਦੀ ਸਰਕਾਰ ਨੇ ਫਾਸਿਜ਼ਮ, ਹਮੇਸ਼ਾ ਫਾਸਿਜ਼ਮ ਉਦੋਂ ਹੁੰਦਾ ਜਦੋਂ ਕੈਪੀਟਲਿਸਟ ਸਿਸਟਮ ਆਪਣੇ ਨਾਰਮਲ ਹਾਲਤਾਂ 'ਚ ਲੋਕਾਂ ਦੇ ਹੱਕ ਨਾ ਦੇਵੇ। ਆਪਾਂ ਕਹਿੰਦੇ ਵੀ ਡੈਮੋਕ੍ਰੇਟ ਰਾਈਟ ਨੇ, ਨੌਕਰੀ ਦੇਣਾ, ਫਲਾਣਾ ਦੇਣਾ ਸਰਕਾਰ ਦਾ ਕੰਮ ਹੈ। ਉਹ ਜਦੋਂ ਇਹਨਾਂ ਕ੍ਰਾਈਸਿਸ ਵੱਧ ਜਾਂਦਾ, ਉਹ ਜਦੋਂ ਚੀਜ਼ਾਂ ਨਹੀਂ ਦਿੰਦਾ, ਹਸਪਤਾਲ ਦੀਆਂ ਸਹੂਲਤਾਂ ਨਹੀਂ ਦਿੰਦਾ, ਐਜੂਕੇਸ਼ਨ ਦਾ ਪ੍ਰਾਈਵੇਟ ਕਰਦਾ, ਤਾਂ ਫਿਰ ਇਹ ਉਹਦੇ ਬਦਲ ਵਜੋਂ ਇੱਥੇ ਆਪਣੇ ਕੋਲ ਲੋਕਾਂ ਕੋਲ ਅਲਟਰਨੇਟਿਵ ਚਾਹੀਦਾ ਵੀ ਇਹਦੇ ਲਈ ਕਿਵੇਂ ਇਕੱਠੇ ਹੋਣਾ ਕਰਨਾ। ਇਹਦੀ ਘਾਟ ਹੈ। ਪਰ ਜਿਹੜੇ ਹਾਲਾਤ ਪੂਰੇ ਨੇ ਜਿਹੜੇ ਅਸਲ 'ਚ ਇਹ ਸਿਸਟਮ ਨਹੀਂ ਨੂੰ ਠੀਕ ਕਰ ਸਕਦਾ, ਲੋਕਾਂ ਨੂੰ ਕਰਨੇ ਪੈਣੇ ਨੇ। ਹੁਣ ਲੋਕਾਂ ਦੀ ਮੈਂ ਸਮਝਦਾ ਵੀ ਇਹੋ ਜਿਹੇ ਘੋਲ ਸਾਡੇ ਕਿਸਾਨ ਕੋਲ ਅਵੇਅਰ ਕਰਨਗੇ। ਇਹੀ ਸਾਡਾ ਪ੍ਰੋਪੋਗੰਡਾ ਚ ਹਾਂ, ਇਹੀ ਸਾਨੂੰ ਚਾਹੀਦਾ। ਜਿੰਨਾ ਸਾਡਾ ਮੀਡੀਆ ਜੋ ਪ੍ਰੋਪੋਗੰਡਾ ਹੋਰੇ ਕਾਰਨ ਦੱਸਦਾ। ਹੁਣ ਦੇਖੋ ਕਿੱਡੀ ਮੂਰਖਤਾ ਵਾਲੀ ਗੱਲ ਹੈ। ਬਾਬਾ ਨਾਮਦੇਵ, ਉਹ ਕੀ ਹੈ, ਜਾਂ ਰਾਮਦੇਵ, ਕਿੱਡਾ ਮਹਾਮੂਰਖ ਹੈ। ਉਹ ਕਹਿੰਦਾ ਵੀ ਜਿਹੜੇ ਡਾਕਟਰ ਨੇ ਫਜ਼ੂਲ ਨੇ, ਇੰਨੇ ਡਾਕਟਰ ਮਰ ਗਏ ਕਿ ਤਾਂ ਉਹ ਅੰਕੜਾ ਗੱਲ ਦੱਸਦਾ। ਚਲੋ ਅੱਛਾ, ਦੂਜਾ ਉਹਨੇ ਆਪਣੀ ਸਰਕਾਰ ਨੇ ਜਿਹੜਾ ਆਪਣਾ ਸਿਹਤ ਮੰਤਰੀ ਵੀ ਹੈ ਹਰਸ਼ਵਰਧਨ, ਉਹ ਵੀ ਸਰਸਰੀ ਗੱਲ ਕਰਦਾ, ਕੋਈ ਨਹੀਂ। ਹੋਰ ਉਹਦੇ ਮੰਤਰੀ ਕਰੋਨਾ ਦੇ ਮਰੀਜ਼ ਨੇ ਹਸਪਤਾਲਾਂ 'ਚ ਇਲਾਜ ਕਰਾਉਂਦੇ ਨੇ, ਸਾਰਾ ਕੁਛ ਹੀ ਹੈ। ਅੱਛਾ, ਦੂਜੇ ਪਾਸੇ ਖੱਟੜ ਸਰਕਾਰ ਨੇ ਉਹ ਤੋਂ ਜਿਹੜੀ ਉਹਦੀ ਇੱਕ ਦਵਾ ਦੀ ਸ਼ੀਸ਼ੀ ਹੈ, ਮੇਰਾ ਖਿਆਲ ਖੰਨੀ 500 ਰੁਪਏ ਦੀ ਹੈ, ਜਿਹੜੀ ਕੁਛਦੀ ਹੈ ਵੀ 1 ਲੱਖ ਮੈਂ ਦਵਾਈ ਹਰਿਆਣਾ ਸਰਕਾਰ ਨੂੰ ਦਊਂਗਾ, ਜਾਣੀ ਅੱਧਾ ਮੈਂ ਆਪਣੇ ਕੋਲੋਂ ਛੋਟ ਦਊਂਗਾ। ਇਹਦਾ ਮਤਲਬ 250 ਦੀ 250 ਦੀ ਸਰਕਾਰ ਪੇ ਕਰੂਗੀ, 1 ਲੱਖ ਤੇ ਇਹਦਾ ਮਤਲਬ 22-23 ਕਰੋੜ ਖੱਟਰ ਸਰਕਾਰ ਤੋਂ ਵੇਚੂਗਾ ਕਿ ਉਹਦਾ ਗੰਦਮੰਦ ਇੱਕ ਪੁਰੀ, ਇੱਕ ਫਲਾਣਾ ਕੁਛ। ਜਾਣੀ ਇੱਥੋਂ ਤੱਕ ਜਿੱਥੇ ਮੂਰਖ ਭਰਿਆ ਸਾਡਾ ਸਿਸਟਮ ਹੈ, ਜਾਣੀ ਉਹਨੂੰ ਕੋਈ ਕ੍ਰਿਟੀਸਾਈਜ਼ ਨਹੀਂ ਕਰਦਾ। ਮੈਂ ਦੇਖਿਆ ਵੀ ਸਾਡੇ ਜਿਹੜੇ ਪਟਿਆਲੇ ਵਰਗੇ ਸ਼ਹਿਰਾਂ ਜਿਹੜਾ ਐਲਾਈਟ ਸੈਕਸ਼ਨ ਹੈ, ਉਹ ਜਦੋਂ ਆਹ ਸੈਰ ਸੂਰ ਕਰਦੇ ਸੀ ਉਹਨਾਂ ਕੋਲ ਇਹੀ ਜਿਹੀ ਸ਼ੀਸ਼ੀ ਹੁੰਦੀ ਸੀ ਛੋਟੀ ਜੀ। ਮੈਂ ਵੀ ਦੇਖਿਆ ਕੀ ਕਰਦੇ ਹੋ, ਕਹਿੰਦੇ ਜੀ ਗਾਂ ਦਾ ਮੂਤ ਹੈ ਜੀ, ਹਾਂ ਜੀ, ਰਾਮਦੇਵ ਨੇ ਉਹ ਪੀਣ ਲਾਤੇ। ਮੇਰਾ ਮਤਲਬ ਇੰਨਾ ਜਿਹੜਾ ਲਾਈਟ ਸੈਕਸ਼ਨ ਕਹਿੰਦੇ ਆ, ਜਾਣੀ ਮੂਰਖਤਾ ਦੀ ਹੱਦ ਹੈ, ਸਿਖਰ ਹੈ ਇਹਨਾਂ ਹਾਲਤਾਂ 'ਚੋਂ। ਅੱਛਾ, ਸਾਡਾ ਪ੍ਰੋਪੋਗੰਡਾ ਵੀ ਹੁੰਦਾ ਪ੍ਰੈਸ 'ਚ, ਕੋਈ ਇਸ ਗੱਲ ਦੀ ਆਲੋਚਨਾ ਨਹੀਂ ਕੀਤੀ ਨਾਮਦੇਵ ਦੀ ਵੀ ਉਹ ਮਹਾਮੂਰਖ ਗਧੇ ਆਦਮੀ, ਤੂੰ ਇੱਕ ਕਾਰਪੋਰੇਟ ਸੈਕਟਰ ਮੁਤਾਬਕ ਸਾਰਾ ਇਕੱਠਾ ਕਰਦਾ ਆਰਾਮ ਤੋਂ ਜੋ ਵੀ ਕੁਛ ਹੈ। ਅੱਛਾ, ਦੂਜਾ ਹੁਣ ਸਰਕਾਰ ਤੇਰੀ ਫੇਵਰ, ਉਹਦਾ ਕਿ ਕਿੰਨਾ ਮਾੜਾ ਸ਼ਬਦ ਜਿਹੜਾ ਕਹਿੰਦਾ ਮੈਨੂੰ ਕੋਈ ਫੜ ਕੇ ਦਿਖਾਵੇ, ਖਾਨੀ ਉਹ ਗਾਲ ਦੇ ਰੂਪ 'ਚ ਬੋਲਦਾ। ਹਾਂ, ਮੇਰਾ ਮਤਲਬ ਜਿਹੜੇ ਬੰਦੇ ਦਾ ਹੀ ਹੈ, ਜਿਹੜਾ ਬੰਦਾ ਜਦੋਂ ਕਾਂਗਰਸ ਨੂੰ ਫੜਨ ਲੱਗੀ ਸੀ ਉਦੋਂ ਸਲਵਾਰ ਪਾ ਕੇ ਭੱਜਿਆ ਸੀ, ਇਹ ਵੀ ਆਪਾਂ ਨੂੰ ਯਾਦ ਹੈ ਨਾ। ਤਾਂ ਮੇਰਾ ਮਤਲਬ ਵੀ ਸਾਡਾ ਸਿਸਟਮ ਕਿਵੇਂ ਇਹਨਾਂ ਗਲਤ ਚੀਜ਼ਾਂ ਨੂੰ ਮਾਨਤਾ ਦਿੰਦਾ, ਕਿਵੇਂ ਸਪੋਰਟ ਕਰਦਾ। ਇਸ ਕਰਕੇ ਜਿਹੜੇ ਸਾਡੇ ਕੋਲ ਇਹਦੇ ਵਿਰੋਧ 'ਚ ਮਤ ਬੁੱਧੀ ਨਹੀਂ। ਇਸ ਕਰਕੇ ਲੋਕਾਂ ਜਦੋਂ ਮਤ ਬੁੱਧੀ ਆਊਗੀ, ਸਾਡਾ ਮੁਲਕ ਅਕਲ ਦੇ ਪੱਖੋਂ ਬਹੁਤ ਪਛੜਿਆ ਵਾ,
ਖਾਸ ਤੌਰ ਤੇ ਹਿੰਦੂ ਮਤ ਜਿਹੜਾ ਬ੍ਰਾਹਮਣੀ ਮਤ ਹੈ ਉਹਨੇ ਜਿਵੇਂ ਸਾਡਾ ਜਾਤਾਂ ਪਾਤਾਂ 'ਚ ਮਨੁੱਖ ਲਾਤਾ ਆ ਤੇਰਾ ਕਰਮਾਂ ਦਾ ਫਲ ਫਲਾਣਾ ਕੁਛ ਹੈ। ਜਿਹੜਾ ਸਾਡਾ ਸਿੱਖ ਧਰਮ ਦਾ ਫਲਸਫਾ ਸੀਗਾ ਇਹ ਜ਼ਿੰਦਗੀ ਨਾਲ ਜੋੜਦਾ ਹੈ। ਉਸ ਵੇਲੇ ਦੇ ਜ਼ਗੀਰਦਾਰ ਨੂੰ ਰਾਜੇਸ਼ੀ ਮੁਕੱਦਮ ਕਹਿੰਦਾ, ਜਾਣੀ ਉਸ ਵੇਲੇ ਦੀ ਕਿਰਤ ਨੂੰ ਮਾਨਤਾ ਦਿੰਦਾ ਹੈ ਜੀ। ਭਾਈ ਲਾਲੋ ਦੀ ਕਿਰਤ ਨੂੰ ਮਾਨਤਾ ਦਿੰਦਾ ਵੀ ਸੱਚੀ ਹੈ। ਅੱਛਾ ਜਿਹੜਾ ਮਲਕ ਭਾਗੋ ਹੈ ਉਹਦੀ ਕਿਰਤ ਨੂੰ ਨਕਾਰਦਾ ਵੀ ਇਹ 'ਚ ਲੁੱਟ ਹੈ ਖੂਨ ਹੈ। ਮੇਰਾ ਮਤਲਬ ਵੀ ਸਾਡੀ ਜ਼ਿੰਦਗੀ ਨਾਲ ਇਸ ਕਿਸਮ ਦਾ ਫਲਸਫਾ ਜੇ ਦਿੱਤਾ ਤਾਂ ਸਿੱਖ ਧਰਮ ਨੇ ਦਿੱਤਾ, ਜਾਂ ਗੁਰੂਆਂ ਨੇ ਗਰੀਬ ਗੁਰਬਿਆਂ ਦੀ ਫੌਜ ਬਣਾ ਕੇ ਉਸ ਰਾਜਾਸ਼ਾਹੀ ਦੇ ਖਿਲਾਫ। ਇਹ ਸਾਡੇ ਵਿਰਸੇ ਦਾ ਇਤਿਹਾਸ ਹੈ। ਉਦੋਂ ਵਿਗਿਆਨਕ ਨਜ਼ਰੀਏ ਨਾਲ ਗੁਰੂ ਨਾਨਕ ਨੇ ਵੀ ਪਖੰਡ ਦਾ ਖੰਡਨ ਕੀਤਾ, ਸੂਰਜ ਨੂੰ ਪਾਣੀ ਦੇਣਾ, ਕਰਤਾਰਪੁਰ ਦੇ ਖੇਤਾਂ ਨੂੰ ਪਾਣੀ ਦੇਣਾ। ਜਦੋਂ ਨੂੰ ਪੰਡਤ ਕਹਿਣਗੇ ਇੱਧਰ ਨੂੰ ਪਾਣੀ ਕਿਉਂ ਦਿੰਨਾ, ਉਹ ਕਹਿੰਦਾ ਤੁਸੀਂ ਕਿੱਧਰ ਨੂੰ ਦਿੰਦੇ ਹੋ, ਕਹਿੰਦਾ ਸੂਰਜ ਤੋਂ। ਜਾਣੀ ਕਿੰਨਾ ਤਰਕ ਹੈ ਵੀ ਕਹਿੰਦਾ ਸੂਰਜ ਕਿੰਨੀ ਦੂਰ ਹੈ, ਲੱਖਾਂ ਹਜ਼ਾਰਾਂ ਮੀਲ। ਮੇਰੇ ਖੇਤ ਤਾਂ ਕਹਿੰਦੀ ਆ ਜਿਵੇਂ 200 ਮੀਲ ਨੇ। ਇਹ ਅਸਲ ਗੁਰੂ ਨਾਨਕ ਦੇ ਇਸ ਤਰਕ ਨੂੰ ਅਸੀਂ ਵੀ ਅੱਜ ਗਵਾਤਾ। ਉਹ ਜਿਹੜਾ ਉਹ ਤਰਕ ਦਾ ਯੁੱਗ ਆਇਆ ਸੀਗਾ ਗੁਰੂ ਨਾਨਕ ਦੇ ਵੇਲੇ, ਜਿਹਨੂੰ ਅਸੀਂ ਸਾਰਿਆਂ ਨੇ ਗਵਾਤਾ। ਅਸੀਂ ਬਾਹਮਣਵਾਦੀ ਜਾਣੀ ਸਿੱਖ ਮਤ ਦੀ ਉਹੀ ਪਰੰਪਰਾ ਕੀ ਮੇਰਾ ਕਹਿਣ ਦਾ ਮਤਲਬ ਹੈ, ਕਿਉਂਕਿ ਜਦੋਂ ਲਾਈਟ ਲੋਕਾਂ 'ਚ ਗਿਆਨ ਵਿਗਿਆਨ ਵਧੂਗਾ ਨਾ ਤਾਂ ਉਹ ਤੋਂ ਬਿਨਾਂ ਸਮਾਜ ਨਹੀਂ ਬਦਲਦਾ। ਤਾਂ ਇਹੀ ਦਾ ਮੈਂ ਸਮਝਦਾ ਹਾਂ। ਸੋ ਦਰਸ਼ਕੋ, ਇਹ ਸਨ ਗੁਰਮੀਤ ਸਿੰਘ ਧੁੱਦੂਕੇ। ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਤੇ ਡੂੰਘੇ ਸ਼ਬਦਾਂ ਦੇ ਵਿੱਚ ਅੱਜ ਉਹਨਾਂ ਨੇ ਕਿਸਾਨੀ ਦੀ ਵੀ ਗੱਲ ਕੀਤੀ ਤਾਂ ਸਰਕਾਰ ਦੀ ਵੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਅਗਿਆਨਤਾ ਵੀ ਫੈਲੀ ਹੋਈ ਆ। ਸਰਕਾਰਾਂ ਦੇ ਕਈ ਪਿੱਠੂ ਜਿਹੜੇ ਕਿ ਐਦਾਂ ਦਾ ਗਊ ਮੂਤਰ ਪੀਣ ਲਾ ਦਿੰਦੇ ਨੇ ਕਿ ਲੋਕਾਂ ਦੇ ਮਾਨਸਿਕਤਾ ਦੇ ਵਿੱਚ ਬਹੁਤ ਗਹਿਰਾ ਅਸਰ ਕੀਤਾ। ਸੋ ਬਣੇ ਰਹੋ ਪੰਜਾਬ ਨਿਊਜ਼ ਤੇ, ਲਗਾਤਾਰ ਤੁਹਾਨੂੰ ਇਦਾਂ ਦੀਆਂ ਸ਼ਖਸੀਅਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।